ਵਾਹਿਗੁਰੂ ਸਾਹਿਬ ਜੀ। ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਛੋ ਧੂਰ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਸਤਿਗੁਰ ਜੀ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਜਿੰਨੀ ਵੀ ਸੰਗਤ ਸਰਵਰੇ ਕਾਇਨਾਤ ਵਾਲਿਆ ਦੋ ਜਹਾਨ, ਸਮੁੱਚੀ ਮਨੁੱਖਤਾ ਦੇ ਅਵਤਾਰ, ਜੁਗੋ ਜੁਗ ਅਟਲ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸੁਭਾਏਮਾਨ ਹੈ। ਅੱਜ ਗੁਰੂ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਯੋਧੇ, ਮਹਾਨ ਸੂਰਬੀਰ, ਸਿਰ ਲੱਥ ਖਾਲਸਾ, ਬਾਣੀ ਦੇ ਰਸੀਏ, ਨਾਮ ਦੇ ਅਭਿਆਸੀ, ਧੰਨ 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 ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਹੈ, ਜਨਮ ਦਿਹਾੜਾ ਹੈ, ਆਮਿਦ ਦਿਹਾੜਾ ਹੈ ਉਹਨਾਂ ਦਾ। ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਆਮਦ ਦਿਹਾੜਾ, ਜਨਮ ਦਿਹਾੜਾ ਸੰਗਤਾਂ ਨਾਲ ਮਿਲ ਕਰਕੇ ਮਨਾਇਆ ਜਾ ਰਿਹਾ। ਉਹਨਾਂ ਦੇ ਜਨਮ ਦਿਨ ਦੀਆਂ ਅਰਦਾਸਾਂ ਬੇਨਤੀਆਂ ਹੋਈਆਂ। ਉਹਨਾਂ ਦੇ ਇਹ ਆਮਦ ਦਿਹਾੜੇ 'ਤੇ ਸੰਗਤਾਂ ਵੱਲੋਂ ਅਰਦਾਸਾਂ ਬੇਨਤੀਆਂ ਆਪਣੇ ਪਰਿਵਾਰਾਂ ਦੀਆਂ ਕੀਤੀਆਂ ਗਈਆਂ ਅਤੇ ਉਹਨਾਂ ਦੇ ਚਰਨਾਂ 'ਚ ਨਮਸਕਾਰ ਕੀਤੀ ਗਈ। ਕਿਉਂਕਿ ਸਤਿਗੁਰ ਦੀ ਬਾਣੀ ਵੀ ਕਹਿੰਦੀ ਹੈ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਗੁਰਬਾਣੀ ਐਸੇ ਯੋਧਿਆਂ ਨੂੰ ਕਹਿੰਦੀ ਹੈ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾ, ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਸੁਖੀ ਕਰ ਦਿੱਤਾ। ਜਨ ਆਵਨ ਕੈ ਹੈ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ। ਇਹ ਗੁਰਬਾਣੀ ਪਾਵਨ ਸ਼ਬਦ ਬਾਬਾ ਦੀਪ ਸਿੰਘ 'ਤੇ ਢੁਕਦਾ। ਜਦੋਂ ਉਹਨਾਂ ਦਾ ਇਤਿਹਾਸ ਸੁਣਾਵਾਂਗੇ ਨਾ, ਗੱਲ ਸਪਸ਼ਟ ਹੋ ਜਾਣੀ, ਸਾਹਮਣੇ ਹੋ ਜਾਣੀ। ਇਹ ਉਹਨਾਂ 'ਤੇ ਸ਼ਬਦ ਢੁਕਦੇ ਨੇ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ। ਇਹ ਉਹਨਾਂ 'ਤੇ ਢੁਕਦੇ। ਆਓ ਉਹਨਾਂ ਦੇ ਜੀਵਨ 'ਤੇ ਥੋੜ੍ਹੀ ਜਿਹੀ ਝਾਤ ਮਾਰੀਏ। ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਜਨਮ ਹੈ, ਉਹਨਾਂ ਦੇ ਪਿਤਾ ਨੇ ਭਾਈ ਭਗਤਾ ਜੀ, ਮਾਤਾ ਨੇ ਉਹਨਾਂ ਦੀ ਸਤਿਕਾਰਯੋਗ ਮਾਤਾ ਜਿਉਣੀ ਜੀ, ਜਿਹੜੀ ਮਾਂ ਨੂੰ ਬਾਣੀ ਨੇ ਵੀ ਧੰਨ ਕਿਹਾ। ਤਿੰਨ ਧੰਨ ਜਨੇਦੀ ਮਾਓ ਆਏ ਸਫਲ ਸੇ। ਭਗਤਾਂ ਦੀ ਮਾਂ ਨੂੰ ਧੰਨ ਕਿਹਾ ਬਾਣੀ ਨੇ। ਤੇ ਬਾਬਾ ਦੀਪ ਸਿੰਘ ਇਕੱਲੇ ਯੋਧੇ ਹੀ ਨਹੀਂ ਸੀ, ਸ਼ਾਸਤਰ ਵਿੱਦਿਆ ਹੀ ਨਹੀਂ ਜਾਣਦੇ ਸੀ, ਜੰਗ ਹੀ ਨਹੀਂ ਇਕੱਲਾ ਕੀਤਾ ਉਹਨਾਂ ਨੇ, ਤਾਂ ਭਗਤੀ ਦਾ ਇੰਨਾ
ਸਾਧ ਸੰਗਤ ਜੀ ਉਹਨਾਂ ਦੇ ਅੰਦਰ ਭੰਡਾਰਾ ਸੀ, ਕੀ ਕਹਿਣਾ। ਇੰਨੀ ਜ਼ਿਆਦੀ ਭਗਤੀ ਦੇ ਮਾਲਕ। ਨਾਲੇ ਇਬਾਦਤ ਦੇ ਵਿੱਚੋਂ ਹੀ ਸ਼ਹਾਦਤ ਪ੍ਰਾਪਤ ਹੁੰਦੀ ਹੈ, ਪ੍ਰਗਟ ਹੁੰਦੀ ਹੈ ਰੱਬ ਦੀ ਸਿਫਤ ਵਿੱਚੋਂ। ਜਿੰਨੇ ਸ਼ਹੀਦ ਹੋਏ ਨੇ ਮੈਦਾਨੇ ਜੰਗ ਵਿੱਚ ਧਰਮ ਵਾਸਤੇ, ਉਹ ਸਾਰੇ ਬਾਣੀ ਪੜ੍ਹਨ ਵਾਲੇ, ਸਿਮਰਨ ਕਰਨ ਵਾਲੇ ਸੀ। ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ, ਭਾਈ ਤਾਰੂ ਸਿੰਘ ਜੀ, ਭਾਈ ਸ਼ਬੇਗ ਸਿੰਘ, ਭਾਈ ਸ਼ਹਬਾਜ਼ ਸਿੰਘ, ਕਿੰਨਿਆਂ ਦੇ ਨਾਂ ਲਈਏ। ਜਿੰਨੇ ਵੀ ਸ਼ਹਾਦਤ ਦੇ ਜਾਮ ਜਿਨ੍ਹਾਂ ਨੇ ਪੀਤਾ ਹੈ, ਸਾਰੇ ਬਾਣੀ ਦੇ ਰਸੀਏ, ਸਿਮਰਨ ਕਰਨ ਵਾਲੇ। ਬਾਣੀ ਪੜ੍ਹਨ ਵਾਲਿਆਂ ਤੋਂ ਬਗੈਰ ਸ਼ਹਾਦਤਾਂ ਹੁੰਦੀਆਂ ਹੀ ਨਹੀਂ। ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਤ। ਇਹ ਪੰਕਤੀਆਂ ਬਾਬਾ ਦੀਪ ਸਿੰਘ ਤੇ ਵੀ ਟੁਕਦੀਆਂ ਨੇ। ਬਾਬਾ ਦੀਪ ਸਿੰਘ ਦੀ ਮਾਤਾ ਧਨ ਹੈ, ਧੰਨ ਧੰਨ ਮਾਤਾ ਜਿਉਣੀ। ਪਿੰਡ ਕਿਹੜਾ? ਪਹੂਵਿੰਡ। ਇਹ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ, ਪਹੂਵਿੰਡ। ਇਹ ਬਾਬਾ ਦੀਪ ਸਿੰਘ ਜੀ ਦਾ ਪਿੰਡ ਹੈ। ਸਤਿਕਾਰਯੋਗ ਪਿਤਾ ਨੇ ਭਾਈ ਭਗਤਾ ਜੀ। ਸਾਧ ਸੰਗਤ ਜੀ, ਮਾਤਾ ਪਿਤਾ ਬਾਣੀ ਨਾਲ ਜੁੜੇ ਹੋਏ ਸੀ, ਗੁਰੂ ਘਰ ਦੀ ਸਿੱਖੀ ਨਾਲ ਜੁੜੇ ਹੋਏ ਸੀ। ਗੁਰੂ ਨਾਨਕ ਦੇ ਘਰ ਨਾਲ ਉਹਨਾਂ ਦੀ ਪ੍ਰੀਤ ਪਈ ਹੋਈ ਸੀ। ਜਦੋਂ ਮਾਤਾ ਪਿਤਾ ਜੁੜੇ ਹੁੰਦੇ ਨੇ, ਸੁਭਾਵਕ ਬੱਚੇ ਵੀ ਫਿਰ ਜੁੜ ਜਾਂਦੇ ਨੇ। ਮਾਤਾ ਪਿਤਾ ਪਾਠ ਕਰਦੇ ਨੇ, ਬੱਚੇ ਵੀ ਕਾਪੀਆਂ ਫੜ ਫੜ ਕੇ ਬਹਿ ਜਾਂਦੇ ਨੇ। ਮਾਤਾ ਪਿਤਾ ਫਿਰ ਦੂਜਾ ਕੰਮ ਕਰਦੇ ਨੇ, ਫਿਰ ਬੱਚੇ ਵੀ ਗਲਾਸੀਆਂ ਫੜ ਲੈਂਦੇ ਨੇ। ਇਸ ਕਰਕੇ ਜਿਵੇਂ ਦੀ ਸੰਗਤ ਮਿਲਦੀ ਉਵੇਂ ਦੀ ਰੰਗਤ ਮਿਲਦੀ। ਬੱਚਿਆਂ ਨੂੰ ਦੀਵਾਨ 'ਚ, ਸਤਸੰਗ 'ਚ, ਗੁਰੂ ਘਰ ਜ਼ਰੂਰ ਲੈ ਕੇ ਜਾਏ ਜੇ ਉਹਨਾਂ ਦਾ ਫਿਊਚਰ ਬਣਾਉਣਾ ਹੈ। ਅਤੇ ਜੇ ਉਹਨਾਂ ਦਾ ਫਿਊਚਰ ਨਹੀਂ ਬਣਾਉਣਾ, ਕਾਮਯਾਬ ਹੋਣਾ ਨਹੀਂ ਦੇਖਣਾ ਚਾਹੁੰਦੇ, ਫਿਰ ਉਹਨਾਂ ਨੂੰ ਗੁਰਦੁਆਰੇ ਤੋਂ ਰੋਕ ਲਿਆ ਕਰੋ। ਜੇ ਉਹਨਾਂ ਨੂੰ ਚੜ੍ਹਦੀ ਕਲਾ 'ਚ ਜਾਣਾ, ਭਾਵੇਂ ਵਿਦੇਸ਼ਾਂ 'ਚ ਵੀ ਨੇ, USA ਬੜੇ ਨੇ ਆਪਣੇ ਨਗਰ ਦੇ ਬੱਚੇ, ਇੱਥੇ ਮਾਤਾਵਾਂ ਬੈਠੀਆਂ ਨੇ, ਫੋਰਨ 'ਚ ਬਹੁਤ ਨੇ ਬੱਚੇ। ਬੇਨਤੀ ਕਰਿਆ ਕਰੋ, ਨਹੀਂ ਰੋਜ਼ ਇੱਕ ਹਫ਼ਤੇ 'ਚ ਇੱਕ ਦਿਨ ਜਾਂ ਜਦੋਂ ਵੀ ਟਾਈਮ ਮਿਲੇ ਵੀ ਗੁਰੂ ਘਰ ਜਾਇਆ ਕਰ। ਟਾਈਮ ਲੱਗੇ ਸੇਵਾ ਕਰਿਆ, ਉਹਦੇ ਨਾਲ ਤੇਰੀ ਕਾਮਯਾਬੀ ਹੋਣੀ ਹੈ। ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ। ਵੈਸੇ ਉਹਨਾਂ ਦਾ ਪਹਿਲਾ ਨਾਂ ਜਿੱਦਣ ਹੋਏ ਮਾਤਾ ਨੇ ਰੱਖਿਆ, ਪਿਤਾ ਨੇ ਰੱਖਿਆ ਦੀਪ। ਵਾਕਈ ਸਾਧ ਸੰਗਤ ਜੀ, ਦੁਨੀਆ 'ਤੇ ਐਸਾ ਦੀਪ ਜਗਿਆ, ਉਹਦੇ ਵਰਗਾ ਦੀਪ ਨਹੀਂ ਹੈ। ਦੀਪ ਤਾਂ ਫਿਰ ਉਹੀ ਹੈ, ਦੀਪਕ ਜਿਹੜਾ ਹੈ ਸੰਸਾਰ ਨੂੰ ਚਾਨਣਾ ਦਿੰਦਾ, ਪ੍ਰਕਾਸ਼ ਦਿੰਦਾ। ਦੀਪ ਦਾ ਕੰਮ, ਆਜ਼ਾਦੀ ਦਾ ਐਸਾ ਪ੍ਰਕਾਸ਼ ਦੇ ਕੇ ਬਾਬਾ ਦੀਪ ਸਿੰਘ, ਬਾਣੀ ਦਾ, ਸਿਮਰਨ ਦਾ ਪ੍ਰਕਾਸ਼ ਦੇ ਗਏ ਬਾਬਾ ਦੀਪ ਸਿੰਘ ਜੀ। ਉਹਨਾਂ ਦਾ ਪਹਿਲਾ ਨਾਂ ਇਤਿਹਾਸ ਕਹਿੰਦਾ ਹੈ ਦੀਪ ਜਾਂ ਦੀਪਾ ਕਿਹਾ ਜਾਂਦਾ। ਮਾਤਾ ਵੈਸੇ ਪਿਆਰ ਨਾਲ ਦੀਪਾ ਬੁਲਾਉਂਦੀ। ਸਾਧ ਸੰਗਤ ਜੀ, ਗੁਰਬਾਣੀ 'ਚ ਇੱਕ ਮਾਂ ਦੀ ਸੀਸ ਹੈ, ਜਿਹੜੀ ਗੁਰੂ ਕੀਆਂ ਮਾਤਾਵਾਂ ਨੇ ਗੁਰੂ ਕੇ ਸਾਹਿਬਜ਼ਾਦਿਆਂ ਨੂੰ ਸੀਸ ਦਿੱਤੀ। ਬੀਬੀ ਭਾਨੀ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਵੀ ਸੀਸ ਦਿੱਤੀ। ਜਦੋਂ ਬੱਚੇ ਦਾ ਜਨਮ ਦਿਨ ਹੁੰਦਾ ਨਾ, ਸੀਸ ਦਿੰਦੀ ਹੈ ਨਾ ਮਾਤਾ। ਕਿਹੜੀ ਸੀਸ ਦੇਣੀ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛੋ, ਬੱਚੇ ਨੂੰ ਕਿਹੜੀ ਸੀਸ ਦੇਣੀ। ਬਾਬਾ ਦੀਪ ਸਿੰਘ ਜੀ ਦੀ ਮਾਤਾ ਨੇ ਸੀਸ ਦਿੱਤੀ ਬਚਪਨ ਵਿੱਚ, ਛੋਟੇ ਹੁੰਦਿਆਂ। ਬਾਬਾ ਦੀਪ ਸਿੰਘ, ਪੂਤਾਂ ਮਾਤਾ ਕੀ ਅਸੀਸ, ਤੈਨੂੰ ਮਾਤਾ ਦੀ, ਤੈਨੂੰ ਪਿਤਾ ਦੀ, ਪੂਤਾ ਪੁੱਤਰ ਨੂੰ ਅਸੀਸ ਹੈ। ਨਿਮਖ ਨ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਤੈਨੂੰ ਇਹ ਅੱਖ ਦੇ ਝਮਕਣ ਜਿੰਨਾ ਸਮਾਂ ਵੀ ਵਾਹਿਗੁਰੂ ਭੁੱਲੇ ਨਾ। ਧੰਨ ਹੈ ਮਾਤਾ ਜਿਹੜੀ ਇਹ ਸੀਸ ਦਿੰਦੀ ਆਪਣੇ ਪੁੱਤਰ ਨੂੰ, ਵੀ ਤੂੰ ਨਾਮ ਨਾਲ ਹੀ ਜੁੜਿਆ ਰਵੇਂ ਸਦਾ।
ਤੇ ਕਹਿਣ ਲੱਗੇ, ਨਿਮਖ ਨ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼, ਸਤਿਗੁਰ ਤੁਮਕੋ ਹੋਏ ਦਿਹਾਲਾ, ਸੰਤ ਸੰਗ ਤੇਰੀ ਪ੍ਰੀਤ। ਕਹਿੰਦੇ ਤੇਰੇ ਤੇ ਸਦਾ ਹੀ ਦਿਆਲ ਰਹਿਣ ਸਤਿਗੁਰ ਸੱਚੇ ਪਾਤਸ਼ਾਹ। ਆਪਣੇ ਪਰਿਵਾਰ ਨਾਲ, ਆਪਣੀ ਮਾਤਾ ਨਾਲ, ਮਾਤਾ ਜਿਉਣੀ ਜੀ ਨਾਲ, ਪਿਤਾ ਭਗਤਾ ਜੀ ਨਾਲ। ਛੋਟੀ ਉਮਰ ਵਿੱਚ ਬਾਬਾ ਦੀਪ ਸਿੰਘ ਜੀ, ਉਦੋਂ ਸਤਿਗੁਰ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਵਿਖੇ ਆਨੰਦ ਵਰਤਾ ਰਹੇ ਸੀ, ਗੁਰੂ ਕਲਗੀਧਰ ਪਾਤਸ਼ਾਹ। ਇਹ ਕੋਈ ਗੱਲ ਹੈ 1703-4 ਦੇ ਲਗਭਗ, 3-4 ਦੇ ਲਗਭਗ ਗੱਲ ਦੱਸਦੇ ਨੇ। ਕਿਉਂਕਿ ਇਹ ਬੱਚਿਆਂ ਨੂੰ ਤਾਂ ਹੀ ਸ਼ੁਭ ਅਵਸਰ ਪ੍ਰਾਪਤ ਹੁੰਦਾ ਜੇ ਮਾਤਾ ਪਿਤਾ ਜੁੜੇ ਨੇ ਗੁਰੂ ਘਰ ਜਾਣ। ਸਾਧ ਸੰਗਤ, ਨਹੀਂ ਤਾਂ ਕਈ ਵਾਰ ਜੇ ਬੱਚਾ ਗੁਰੂ ਘਰ ਨਾ ਆਵੇ ਤਾਂ ਉਹਨੂੰ ਗੁਰੂ ਘਰ ਆ ਕੇ ਮੱਥਾ ਟੇਕਣਾ, ਬੈਠਣਾ, ਉੱਠਣਾ ਹੀ ਨਹੀਂ ਪਤਾ ਲੱਗਦਾ। ਆ ਜਿਹੜੇ ਆਉਂਦੇ ਨੇ ਫਿਰ ਮਾਤਾ ਪਿਤਾ ਤਰ੍ਹਾਂ, ਮਾਤਾ ਛੋਟੇ ਛੋਟੇ ਬੱਚੇ ਕਿਤੇ ਪਹਿਲੀ ਵਾਰ ਆਉਣਗੇ ਨਾ, ਐ ਵੇਖਣਗੇ ਆਪਣੀ ਮਾਤਾ ਵੱਲ, ਪਿਤਾ ਵੱਲ, ਵੀ ਹੱਥ ਜੋੜ ਕੇ ਇਸ ਤਰ੍ਹਾਂ ਮੱਥਾ ਟੇਕਦੇ ਨੇ, ਸਿੱਖਦੇ ਨੇ। ਜਿੰਨਾ ਦੇਖ ਕੇ ਸਿੱਖਿਆ ਮਿਲਦੀ ਹੈ, ਇੰਨੇ ਪੜ੍ਹਾ ਕੇ ਸੁਣਾ ਕੇ ਨਹੀਂ ਮਿਲਦੀ। ਜਿੰਨਾ ਬੱਚਾ ਦੇਖ ਕੇ ਸਿੱਖਿਆ ਗ੍ਰਹਿਣ ਕਰਦਾ। ਇਸ ਕਰਕੇ ਬੱਚਿਆਂ ਨੂੰ ਜ਼ਰੂਰ ਗੁਰੂ ਘਰ ਲੈ ਕੇ ਆਇਆ ਕਰੋ, ਸਤਸੰਗ ਵਿੱਚ ਲੈ ਕੇ ਜਾਇਆ ਕਰੋ, ਧਾਰਮਿਕ ਸਮਾਗਮਾਂ ਵਿੱਚ ਲੈ ਕੇ ਜਾਇਆ ਕਰੋ। ਤੁਹਾਨੂੰ ਸਿਖਾਉਣ ਦੀ ਲੋੜ ਨਹੀਂ ਪੈਣੀ, ਆਪੇ ਸਿੱਖਣਗੇ, ਉਹ ਜ਼ਿਆਦਾ ਅਸਰ ਹੋਏਗਾ ਉਹਨਾਂ ਦਾ। ਬਾਬਾ ਦੀਪ ਸਿੰਘ ਜੀ ਆਏ ਨਾਲ ਮਾਤਾ ਦੇ ਪਿਤਾ ਦੇ ਆਨੰਦਪੁਰ ਸਾਹਿਬ। ਇਹਦਾ ਮਤਲਬ ਜੁੜੇ ਸੀ ਉਹਦੇ ਮਾਤਾ ਪਿਤਾ। ਉਹਨਾਂ ਨੇ ਆ ਕੇ ਮੱਥਾ ਟੇਕਿਆ। ਜਦੋਂ ਪਿਤਾ ਵੱਲ ਵੇਖਿਆ, ਪਿਤਾ ਨੇ ਚਰਨਾਂ 'ਚ ਸਿਰ ਰੱਖਤਾ ਗੁਰੂ ਕਲਗੀਧਰ ਪਾਤਸ਼ਾਹ ਦੇ, ਮਾਤਾ ਨੇ ਰੱਖ ਦਿੱਤਾ, ਤੇ ਬਾਬਾ ਦੀਪ ਸਿੰਘ ਜੀ ਨੇ ਵੀ ਆਪਣਾ ਸੀਸ ਰੱਖ ਦਿੱਤਾ। ਐਸਾ ਅੰਦਰੋਂ ਸੀਸ ਰੱਖਿਆ, ਐਸਾ ਆਪਣੇ ਆਪ ਨੂੰ ਸਮਰਪਿਤ ਹੀ ਕਰ ਦਿੱਤਾ ਬਾਬਾ ਦੀਪ ਸਿੰਘ ਜੀ ਮਹਾਰਾਜ ਨੇ ਗੁਰੂ ਕਲਗੀਧਰ ਪਾਤਸ਼ਾਹ। ਸਾਧ ਸੰਗਤ ਜੀ, ਮੱਥਾ ਟੇਕਣ ਦਾ ਮਤਲਬ ਇਹ ਹੈ ਕਿ ਮੈਂ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰਦਾ। ਮੈਂ ਤੇਰਾ ਮਹਾਰਾਜ, ਤੇਰੇ ਬਿਨਾ ਮੇਰਾ ਹੋਰ ਕੋਈ ਨਹੀਂ, ਤੇ ਮੇਰੇ 'ਚ ਮੇਰੀ ਮੱਤ ਕੋਈ ਨਹੀਂ। ਜਿਹੜੀ ਮਾਈਂਡ ਹੈ ਨਾ, ਆਪਾਂ ਇਹਦੇ 'ਚ ਦਿਮਾਗ ਹੈ, ਇਹ ਰੱਖ ਦਿੰਦੇ ਹਾਂ ਗੁਰੂ ਅੱਗੇ। ਗੁਰੂ ਘਰ ਕਦੀ ਆਪਣੀ ਮੱਤ ਨਹੀਂ ਚਲਾਉਣੀ ਚਾਹੀਦੀ। ਉਹ ਕਦੀ ਕਾਮਯਾਬ ਨਹੀਂ ਹੁੰਦੇ ਜਿਹੜੇ ਗੁਰੂ ਘਰ ਆਪਣੀ ਬਈ ਹੈ ਪੜ੍ਹਿਆ ਪਾਸ ਗੁਰਮੁਖ ਪਿਆਰਿਆਂ ਕੋਲੋਂ ਗੁਰੂ ਘਰ ਦੀ ਮੱਤ, ਗੁਰਮੱਤ, ਮਰਿਆਦਾ ਪੁੱਛਣੀ ਚਾਹੀਦੀ। ਹੁਸ਼ਿਆਰ ਨਹੀਂ ਬਣਨਾ ਚਾਹੀਦਾ। ਚਲਾਕੀ ਨੂੰ ਕੋਈ ਥਾਂ ਨਹੀਂ ਗੁਰੂ ਘਰ ਦੇ ਵਿੱਚ। ਨਿਮਾਣਾ ਬਣ ਕੇ ਆਏਗਾ, ਗੁਰੂ ਦੀ ਮਿਹਰ ਬਖਸ਼ਿਸ਼ ਵਰਤੇਗੀ। ਨਿਮਾਣਾ ਬਣ ਕੇ ਆਏਗਾ, ਸਿਆਣਾ ਬਣ ਕੇ ਜਾਏ। ਸਿਆਣਾ ਬਣ ਕੇ ਜਾਏ ਆਏਗਾ, ਨਿਆਣਾ ਬਣ ਕੇ ਜਾਏ। ਗੁਰੂ ਦੀ ਮਿਹਰ ਹੀ ਨਹੀਂ ਹੋਣੀ, ਫਿਰ ਨਿਆਣਾ ਹੀ ਬਣ ਕੇ ਜਾਣਾ। ਤਾਂ ਕਰਕੇ ਸਾਹਿਬ ਕਹਿੰਦੇ ਨੇ, ਗੁਰ ਕੀ ਮਤ ਤੂੰ ਲੈ ਇਆਨੇ, ਭਗਤ ਬਿਨਾ ਬੋ ਡੂਬੇ ਸਿਆਨੇ। ਬਾਬਾ ਦੀਪ ਸਿੰਘ ਦਾ ਦਿਲ ਕੀਤਾ, ਮਾਂ ਚਿੱਤ ਕਰਦਾ ਮੈਂ ਸਾਹਿਬ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਸਿਮਰਨ ਕਰਾਂ। ਮਾਂ ਵੀ ਭਾਗਾਂ ਵਾਲੀ ਸੀ। ਕਹਿੰਦੀ, ਜੀ ਸਦਕੇ ਬੇਟਾ, ਗੁਰੂ ਦੀ ਚਰਨਾਂ ਤੋਂ ਬਿਨਾਂ ਹੋਰ ਕਿੱਥੇ ਸੁੱਖ ਮਿਲ ਸਕਦਾ। ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ। ਕੋਈ ਹੋਆ ਕਰਮ ਰਤ, ਕੋਈ ਤੀਰਥ ਨਹਾਇਆ। ਦਾਸੀ ਹਰ ਕਾ ਨਾਮ ਧਿਆਇਆ। ਬੰਧਨ ਕਾਟਨ ਹਾਰ ਸੁਆਮੀ, ਜਨ ਨਾਨਕ ਸਿਮਰੈ ਅੰਤਰ ਜਾਮੀ। ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਬਚਪਨ ਵੇਖੋ ਕਿੰਨਾ ਭਾਗਸ਼ਾਲੀ ਜੀਵਨ ਹੈ, ਜਿਨ੍ਹਾਂ ਦਾ ਬਚਪਨ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਬੀਤੇ। ਬਚਪਨ ਦਾ ਕੁਝ ਸਮਾਂ, ਜੀਵਨ ਦਾ, ਛੋਟੀ ਉਮਰ ਦਾ ਕੁਝ ਸਮਾਂ ਮਹਾਰਾਜ ਦੇ ਚਰਨਾਂ ਵਿੱਚ ਬੀਤੇ। ਕਹਿੰਦੇ ਨੇ, ਹੁਣ ਜਿਹੜਾ ਆਪਾਂ ਬੱਚੇ ਨੂੰ ਪੜ੍ਹਾਉਂਦੇ ਹਾਂ, ਜਿਹੜੀ ਤਾਲੀਮ, ਐਜੂਕੇਸ਼ਨ, ਸਿੱਖਿਆ ਦਿੱਤੀ ਜਾਂਦੀ ਹੈ, ਇਹ ਸਾਰੀ ਗੁਰੂ ਕਲਗੀਧਰ ਪਾਤਸ਼ਾਹ ਨੇ ਦਿੱਤੀ। ਬਾਬਾ ਦੀਪ ਸਿੰਘ ਮਹਾਰਾਜ ਦੇ ਚਰਨਾਂ 'ਚ ਪ੍ਰਾਪਤ ਹੋਈ। ਬਾਬਾ ਦੀਪ ਸਿੰਘ
ਗੁਰਮੁਖੀ, ਪਹਿਲਾਂ ਗੁਰਮੁਖੀ, ਸੰਸਕ੍ਰਿਤ, ਫਿਰ ਅਰਬੀ, ਫਿਰ ਫਾਰਸੀ। ਇੰਨੇ ਮਾਹਿਰ ਬਣ ਗਏ ਬਾਬਾ ਦੀਪ ਸਿੰਘ ਜੀ, ਇਹ ਭਾਸ਼ਾਵਾਂ ਦੇ ਗਿਆਤਾ ਬਣ ਗਏ। ਅਰਬੀ, ਫਾਰਸੀ, ਸੰਸਕ੍ਰਿਤ, ਪੰਜਾਬੀ, ਗੁਰਮੁਖੀ ਸਾਰੀ ਪੜ੍ਹ ਗਏ। ਫਿਰ ਸ਼ਾਸਤਰ ਵਿੱਦਿਆ। ਹੁਣ ਆਪਾਂ ਸੱਸ ਨਹੀਂ, ਭਾਵੇਂ ਅਸੀਂ ਵੀ ਹਾਂ, ਇਕੱਲੀ ਆਪਾਂ ਐਜੂਕੇਸ਼ਨ ਦੇ ਰਹੇ ਹਾਂ ਬੱਚਿਆਂ ਨੂੰ, ਬ੍ਰਹਮ ਵਿੱਦਿਆ ਕੋਈ ਕੋਈ ਦੇ ਰਿਹਾ। ਇੱਕ ਸਤਿਪੁਰਸ਼ ਦਾ ਕਹਿਣਾ ਹੈ, ਕਹਿੰਦੇ ਜੇ ਬੱਚੇ ਨੂੰ ਕਾਮਯਾਬ ਕਰਨਾ, ਨਾਲ ਬ੍ਰਹਮ ਵਿੱਦਿਆ ਦੇਣੀ ਪੈਣੀ, ਉਹਦੀ ਰਾਖੀ ਤੇ ਉਹਦੀ ਕਾਮਯਾਬੀ ਹੋਏਗੀ। ਇਹ ਦੁਨਿਆਵੀ ਅੱਖਰ ਨੇ 4, ਤੇ ਜਿਹੜੇ ਧਰਮ ਦੇ ਅੱਖਰ ਨੇ ਉਹ ਜਿਵੇਂ ਬਾਣੀ, ਸਿਮਰਨ, ਮੂਲ ਮੰਤਰ, ਬੱਚੇ ਨੂੰ ਜ਼ਰੂਰ ਪੜ੍ਹਾਉਣਾ ਚਾਹੀਦਾ, ਕਾਮਯਾਬ ਹੁੰਦਾ ਬੱਚਾ। ਇਹ ਬ੍ਰਹਮ ਵਿੱਦਿਆ। ਤੀਸਰੀ ਵਿੱਦਿਆ ਬੱਚੇ ਨੂੰ ਹੋ ਸਕੇ ਸ਼ਾਸਤਰ ਵਿੱਦਿਆ ਜ਼ਰੂਰ ਦੇਣੀ। ਗੱਤਕਾ, ਜਿਵੇਂ ਕਿਤੇ ਛੁੱਟੀਆਂ ਦੇ ਦਿਨ ਵਿੱਚ ਹਫ਼ਤਾ 10 ਦਿਨ ਜ਼ਰੂਰ ਲਵਾਉਣੇ ਚਾਹੀਦੇ ਨੇ, ਵੀ ਥੋੜ੍ਹੀ ਜਿਹੀ ਉਹਨੂੰ, ਵੈਸੇ ਤਾਂ ਬਹੁਤੀ ਦੇਣੀ ਚਾਹੀਦੀ ਹੈ, ਪਰ ਜਿੰਨਾ ਹੋ ਸਕੇ ਉਹਨੂੰ ਸ਼ਾਸਤਰ ਵਿੱਦਿਆ ਵੀ ਜ਼ਰੂਰ ਦੇਣੀ ਹੈ ਬੱਚੇ ਨੂੰ। ਬਾਬਾ ਦੀਪ ਸਿੰਘ ਨੇ ਸ਼ਾਸਤਰ ਵਿੱਦਿਆ ਸਿੱਖੀ। ਸ੍ਰੀ ਸਾਹਿਬ ਦਾ ਵਾਰ ਕਰਨਾ, ਸ੍ਰੀ ਸਾਹਿਬ ਨਾਲ ਵਾਰ ਰੋਕਣਾ, ਢਾਲ ਅੱਗੇ ਕਰਨੀ, ਵਾਰ ਲੈ ਲੈਣਾ ਸ੍ਰੀ ਸਾਹਿਬ ਦਾ, ਤੇ ਵਾਰ ਡੱਕ ਕੇ ਸੱਜੇ ਹੱਥ ਨਾਲ ਫਿਰ ਵਾਰ ਕਰਨਾ, ਖੱਬੇ ਹੱਥ 'ਚ ਢਾਲ ਫੜਾਈ ਜਾਂਦੀ। ਫਿਰ ਤੀਰ ਅੰਦਾਜ਼ੀ ਸਿਖਾਈ ਉਹਨੂੰ, ਨਿਸ਼ਾਨਾ, ਕਿਲੋਮੀਟਰ, 2 ਕਿਲੋਮੀਟਰ, 3 ਕਿਲੋਮੀਟਰ। ਯੋਧੇ ਵੀ ਬੜੇ ਸੀ ਬਾਬਾ ਦੀਪ ਸਿੰਘ। ਤੀਰ ਅੰਦਾਜ਼ੀ ਸਿੱਖੀ। ਘੋੜ ਸਵਾਰ ਵਿੱਦਿਆ ਸਿੱਖੀ। ਘੋੜਾ ਫੁੱਲ ਭਜਾ ਕੇ ਵਾਰ ਕਰਨਾ, ਵਾਰ ਰੋਕਣਾ। ਇਹ ਸਾਰੀ ਵਿੱਦਿਆ ਅਨੰਦਪੁਰ ਸਾਹਿਬ ਪ੍ਰਾਪਤ ਹੋਈ ਸੀ ਬਾਬਾ ਦੀਪ ਸਿੰਘ ਮਹਾਰਾਜ। ਤੇ ਜਦੋਂ 1704 ਜਾਂ 5, ਉਦੋਂ ਕਹਿੰਦੇ ਨੇ, ਇੱਕ ਇਤਿਹਾਸਕਾਰ ਦੱਸਦੇ ਨੇ, ਕਹਿੰਦੇ ਵੀ ਇਹਨਾਂ ਦੇ ਪਿਤਾ, ਇਹਨਾਂ ਦੀ ਮਾਤਾ ਇਹਨਾਂ ਨੂੰ ਲੈਣ ਵਾਸਤੇ ਆਏ। ਕਈਆਂ ਨੇ ਕਿਹਾ ਕਿ ਜਦੋਂ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ, ਸਰਸਾ ਨਦੀ ਤੋਂ ਗੁਰੂ ਕੇ ਮਹਿਲਾਂ ਨਾਲ ਦਿੱਲੀ ਵੱਲ ਗਏ, ਪਰ ਵਿਦਵਾਨ ਵਿਚਾਰ ਇਹ ਕਰਦੇ ਨੇ ਕਿ ਬਾਬਾ ਦੀਪ ਸਿੰਘ ਨੂੰ ਅਨੰਦਪੁਰ ਸਾਹਿਬ ਤੋਂ ਉਹਨਾਂ ਦੇ ਪਿਤਾ, ਉਹਨਾਂ ਦੀ ਮਾਤਾ ਜੀ ਲੈ ਗਏ ਸੀ। ਹਜੇ ਅਨੰਦਪੁਰ ਸਾਹਿਬ ਛੱਡਿਆ ਨਹੀਂ ਸੀ। ਜਿਹੜਾ ਘੇਰਾ ਪਿਆ ਸੀ ਅਨੰਦਪੁਰ ਸਾਹਿਬ ਦੇ ਵਿੱਚ, ਹੋਰ ਸੇਵਾਵਾਂ ਵੀ ਕੀਤੀਆਂ ਬਾਬਾ ਦੀਪ ਸਿੰਘ ਜੀ ਨੇ। ਮਾਤਾ ਪਿਤਾ ਆਪਣੇ ਪਿੰਡ ਲੈ ਗਏ, ਪਹੂਵਿੰਡ। ਇੱਧਰ 10ਵੇਂ ਪਾਤਸ਼ਾਹ, ਇਹ ਸਮਾਂ ਆ ਗਿਆ 5-6 ਪੋਹ ਦਾ, ਰਾਤ ਨੂੰ 1705 ਦੇ ਆਸ-ਪਾਸ। ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਸਰਸਾ ਨਦੀ 'ਤੇ ਵਿਛੋੜੇ ਵੱਡੇ ਲਾਲ ਸ਼ਹੀਦ, ਮਾਛੀਵਾੜੇ ਦੇ ਜੰਗਲ, ਗਨੀ ਖਾਂ, ਨਬੀ ਖਾਂ, ਕਟਾਣਾ ਸਾਹਿਬ, ਆਲਮਗੀਰ, ਰਾਏਕੋਟ, ਦੀਨਾ ਕਾਂਗੜ, ਦੀਨੇ ਜਿੱਥੇ ਫਤਿਹ ਦੀ ਚਿੱਠੀ ਲਿਖੀ, ਜਫਰਨਾਮਾ, ਕੋਟਕਪੂਰਾ, ਲੱਖੀ ਜੰਗਲ, ਰਾਮੇਆਣਾ, ਖਤਰਾਣੇ ਦੀ ਢਾਬ। ਮਹਾਰਾਜ ਦਾ 14ਵਾਂ ਜੰਗ, ਬੜਾ ਭਾਰੀ ਜੰਗ, ਜਿੱਥੇ ਭਾਈ ਮਹਾਂ ਸਿੰਘਰਾਂ ਨੇ ਸ਼ਹਾਦਤ ਦੇ ਜਾਮ ਪੀਤੇ, ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਮਾਤਾ ਭਾਗੋ ਨੇ, ਭਾਗ ਕੌਰ ਜੀ, ਮਾਤਾ ਭਾਗੋ, ਮਾਤਾ ਭਾਗ ਕੌਰ ਜੀ ਅੰਮ੍ਰਿਤ ਛਕ ਲਿਆ ਸੀ ਨਾ, ਉਹਨਾਂ ਨੇ ਵੀ ਜੰਗ ਕੀਤਾ। ਇੱਥੋਂ ਫਿਰ ਮਹਾਰਾਜ ਮੁਕਤਸਰ ਦਾ ਜੰਗ ਕਰਕੇ ਖਿਤਾਬ ਦੇ ਕੇ ਮੁਕਤਿਆਂ ਨੂੰ, 40 ਮੁਕਤਿਆਂ ਨੂੰ, ਸਭ ਕੀ ਤਲਵੰਡੀ ਪਹੁੰਚੇ ਨੇ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ। ਕਮਰ ਕੱਸਾ ਖੋਲ੍ਹਿਆ, ਦਮਦਮਾ ਸਾਹਿਬ ਦਾ ਮਤਲਬ ਸਾਹ ਲਿਆ। ਆਪਣੇ ਨੇੜੇ ਵੀ ਨਾ ਦਮਦਮਾ ਸਾਹਿਬ, ਜੋੜਾ ਸਾਹਿਬ, ਗੁਰੂ ਕਲਗੀਧਰ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੋੜਾ,
ਲੋਕੀ ਦੂਰੋਂ ਦੂਰੋਂ ਦਰਸ਼ਨ ਕਰਨ ਆਉਂਦੇ ਨੇ। ਆਪਣੇ ਆ 2 ਕਿਲੋਮੀਟਰ ਤੇ ਆਪਾਂ ਦਰਸ਼ਨ ਕਰਨ ਕਿਤੇ ਹੀ ਜਾਂਦੇ ਹੋਵਾਂਗੇ ਸਾਲ ਬਾਅਦ, ਭਾਵੇਂ ਮਸੀਂ ਸਾਰੀ ਨਹੀਂ ਆਪਾਂ। 10ਵੇਂ ਪਾਤਸ਼ਾਹ ਦਾ ਜੋੜਾ ਹਜੇ ਵੀ ਹੈ, ਲਿਜਾਇਆ ਕਰੋ, ਬੱਚਿਆਂ ਨੂੰ ਮੱਥਾ ਟਿਕਾਇਆ ਕਰੋ। ਦਮਦਮਾ ਸਾਹਿਬ ਬਠਿੰਡੇ 'ਚ ਪੈਂਦਾ ਹੈ, ਤਖਤ ਹੈ ਖਾਲਸੇ ਦਾ। ਇੱਥੇ ਮਹਾਰਾਜ ਨਿਵਾਸ ਕਰਦੇ ਨੇ। ਇੱਥੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਖਾਲਸੇ ਨਾਲ ਬਚਨ ਹੋਏ ਸੀ, ਸਾਨੂੰ ਵਿੱਦਿਆ ਪੜ੍ਹਾਇਓ, ਬਾਣੀ ਦਾ ਉਚਾਰਨ ਦੱਸਿਓ, ਸ਼ੁੱਧ ਉਚਾਰਨ, ਪਾਠ ਬੋਧ ਸਮੱਤ ਬਖਸ਼ਿਓ ਸਾਨੂੰ। ਜਦੋਂ ਅਨੰਦਪੁਰ ਸਾਹਿਬ ਸਿੱਖ ਪਾਠ ਕਰਦਾ ਸੀ ਦੱਖਣੀ ਓਂਕਾਰ ਦਾ, ਕਰਤੇ ਕੀ ਮਿਤ ਕਰਤਾ ਜਾਣੈ, ਕੇ ਜਾਣਾ ਦੀ ਕੇ ਕਹਿ ਜਾਣਾ ਦੀ ਥਾਂ ਤੇ ਕੇ ਜਾਣੇ ਪੜ ਗਿਆ, ਇੱਕ ਲਾਂ ਛੱਡ ਗਿਆ ਸੀ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਤਾਕੀਦ ਕੀਤੀ ਸੀ ਵੀ ਇੱਕ ਲਾਂ ਛੱਡੀ ਹੈ। ਮਹਾਰਾਜ ਅਲਪਗ ਜੀਵ ਆ, ਸਾਨੂੰ ਪਤਾ ਨਹੀਂ, ਸਾਨੂੰ ਦੱਸੋ ਸ਼ੁੱਧ ਉਚਾਰਨ ਤੇ ਅਰਥਾਂ ਸਮੇਤ ਬਾਣੀ ਦੱਸੋ। ਮਹਾਰਾਜ ਕਹਿੰਦੇ ਹੁਣ ਤਾਂ ਜੰਗਾਂ ਯੁੱਧਾਂ ਦਾ ਸਮਾਂ, ਜਦੋਂ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਜਾਵਾਂਗੇ ਫਿਰ ਪੜ੍ਹਾਵਾਂਗੇ। ਫਿਰ ਮਹਾਰਾਜ ਜਦੋਂ ਸਭੋ ਕੀ ਤਲਵੰਡੀ ਦਮਦਮਾ ਸਾਹਿਬ ਸ਼ਾਸਤਰ ਲਾਤੇ, ਖਾਲਸੇ ਨੇ ਕਿਹਾ ਮਹਾਰਾਜ ਕਿਰਪਾ ਕਰੋ। ਮਹਾਰਾਜ ਕਹਿੰਦੇ ਹਾਂ, ਗੁਰੂ ਤੇਗ ਬਹਾਦਰ ਮਹਾਰਾਜ ਸਾਡੇ 9ਵੇਂ ਪਾਤਸ਼ਾਹ, ਗੁਰਪਿਤਾ ਦੀ ਬਾਣੀ ਵੀ ਦਰਜ ਕਰਨ ਵਾਲੀ ਹੈ। ਤੁਸੀਂ ਐਂ ਕਰੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਸਰੂਪ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਾਇਆ, ਪਹਿਲੇ ਲਿਖਾਰੀ ਭਾਈ ਗੁਰਦਾਸ ਜੀ ਨੂੰ ਲਾ ਕੇ, ਉਹ ਧੀਰ ਮਲੀਆਂ ਕੋਲ ਸਰੂਪ ਹੈ, ਜਾਓ ਸਤਿਕਾਰ ਨਾਲ। 25 ਸਿੰਘ ਭੇਜੇ ਮਹਾਰਾਜ, ਨੰਗੇ ਪੈਰੀ ਗਏ 25 ਸਿੰਘ ਰਹਿਤ ਧਾਰੀ, ਬਾਣੀ ਬਾਣੀ ਦੇ ਪ੍ਰਪੱਖ। ਆਪਾਂ ਕਿੰਨੇ ਲੈਣ ਜਾਈਏ ਜੀ ਮਹਾਰਾਜ? 5 ਤਾਂ ਕਰ ਲਈਏ, ਕਹਿੰਦੇ 4 ਹੀ ਨੇ ਵੈਸੇ ਤਾਂ, 5 ਕਰ ਲਈਏ ਬਸ। 5 ਤੱਕ ਹੀ ਸੀਮਤ ਆ। 5 ਤਾਂ ਗਿਆ ਸੀ ਕਿਤੇ ਜੰਗਾਂ ਯੁੱਧਾਂ ਦਾ ਸਮਾਂ ਹੋਵੇ, ਮੁਸੀਬਤ ਪਈ ਹੋਵੇ, ਨਾ ਮਿਲੇ ਕੋਈ, ਫਿਰ 5 ਚਾਹੀਦੇ ਨੇ ਘੱਟੋ ਘੱਟ। 5 ਪੂਰੇ ਕਰ ਲਈਏ ਜੀ, ਘਰ ਤਿਆਰੀ ਹੋ ਰਹੀ ਹੈ ਘਰ ਦੇ ਜੀ, ਹਾਂ 5 ਹੀ ਚਾਹੀਦੇ ਨੇ, 5 ਤੁਰ ਜਾਓ ਬਸ, ਬਾਕੀ ਕਰ ਲੈਂਦੇ ਆਪਾਂ, ਚਾਹ ਪਾਣੀ ਛਕਦੇ ਹਾਂ। ਵਾਹ ਸਿੱਖਾ, ਬੜਾ ਸਤਿਕਾਰ ਕਰਦਾ ਗੁਰੂ ਮਹਾਰਾਜ। ਸਾਰਾ ਪਰਿਵਾਰ ਮਹਾਰਾਜ ਨੂੰ ਲੈਣ ਜਾਵੇ। ਜਿਹੜੇ ਘਰ ਆਉਂਦੇ ਨੇ ਨਾ ਰਿਸ਼ਤੇਦਾਰ, ਉਹਨਾਂ ਨੂੰ ਵੀ ਨਾਲ ਲੈ ਕੇ ਆਇਆ ਕਰੋ, ਬਹਾਨੇ ਨਾਲ ਭਲਾ ਹੋ ਜਾਏਗਾ ਉਹਨਾਂ ਦਾ। ਸਾਰੇ ਆਇਆ ਕਰੋ ਮਹਾਰਾਜ ਨੂੰ ਲੈਣ, ਫੁੱਲਾਂ ਦੀ ਵਰਖਾ ਕਰਦੇ ਲੈ ਕੇ ਜਾਇਆ ਕਰੋ। ਕਈ ਕਹਿੰਦੇ ਫੁੱਲ ਥੱਲੇ ਪਾਈਏ, ਫੁੱਲ ਥੱਲੇ ਪਾਏ ਜਾਂਦੇ ਨੇ, ਫੁੱਲ ਉੱਪਰ ਪਾਏ ਜਾਂਦੇ ਨੇ ਮਹਾਰਾਜ ਦੇ। ਕਹਿੰਦੇ ਜੀ ਥੱਲੇ ਡਿੱਗਣਗੇ, ਫਿਰ ਉਹ ਤਾਂ ਮਹਾਰਾਜ ਦੇ ਟਾਈਮ ਤੇ ਵੀ ਡਿੱਗਦੇ ਸੀ, ਸੱਚੇ ਪਾਤਸ਼ਾਹ ਦੇ ਟਾਈਮ ਤੇ। ਉਹ ਤਾਂ ਸੇਵਾ ਫਿਰ ਆਪ ਕਰਨੀ ਹੈ ਨਾ। ਮਹਾਰਾਜ ਦੇ ਉੱਪਰ ਫੁੱਲ ਪਾਈ ਦਿੰਦੇ ਨੇ, ਹਾਂ ਥੱਲੇ ਚਰਨਾਂ 'ਚ ਵੀ ਵਿਛਾਏ ਜਾਂਦੇ ਨੇ, ਉਹ ਵੀ ਹੈ। ਸਤਿਕਾਰ ਨਾਲ ਸਰੂਪ ਲੈਣ ਗਏ, ਉਹਨਾਂ ਨੇ ਜਵਾਬ ਦੇ ਦਿੱਤਾ, ਕਹਿਣ ਲੱਗੇ ਜੇ ਗੁਰੂ ਮਹਾਰਾਜ ਸਮਰੱਥ ਨੇ ਤਾਂ ਆਪ ਬਾਣੀ ਰਚ ਲੈਣ। ਮਹਾਰਾਜ ਨੇ ਫਿਰ ਇੱਥੇ ਚੌਂਕੜਾ ਲਾਇਆ, ਸ਼ਹੀਦ ਭਾਈ ਮਨੀ ਸਿੰਘ ਨੂੰ ਬੁਲਾਇਆ। ਸ਼ਹੀਦ ਭਾਈ ਮਨੀ ਸਿੰਘ ਜੀ ਇੱਥੇ ਆ ਗਏ ਸੀ, ਨਾਲ ਮਹਿਲ ਆਏ ਸੀ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਜੀ, ਤੇ ਬਾਬਾ ਦੀਪ ਸਿੰਘ ਜੀ ਵੀ ਪਹੁੰਚ ਗਏ ਸੀ ਇੱਥੇ। ਸਭੋ ਕੀ ਤਲਵੰਡੀ, ਜਦੋਂ ਮਹਾਰਾਜ ਦਾ ਸਾਰਾ ਪਰਿਵਾਰ ਜਦੋਂ ਸਰਸਾ ਤੋਂ ਵਿਛੜਿਆ, ਸਾਰੇ ਵਿਛੜ ਗਏ, ਜਿੰਨੇ ਵਿਛੜੇ ਸੀ ਸਰਸਾ ਨਦੀ, ਉਹ ਫਿਰ ਆ ਕੇ ਸਭੋ ਕੀ ਤਲਵੰਡੀ ਮਿਲੇ ਨੇ ਮਹਾਰਾਜ। ਤੇ ਸੱਚੇ ਪਾਤਸ਼ਾਹ ਦਾ ਪਰਿਵਾਰ ਤਾਂ ਸਾਰਾ ਸ਼ਹੀਦ ਹੋ ਗਿਆ ਹੈ। ਫਿਰ ਜਿਹੜੇ ਜਾਨਾਂ ਤੋਂ ਪਿਆਰੇ ਸਿੱਖ ਸੀ, ਉਹ ਉਦੋਂ ਉਮਰ ਘੱਟ ਸੀ ਬਾਬਾ ਦੀਪ ਸਿੰਘ ਜੀ ਦੀ। ਫਿਰ ਬਾਬਾ ਜੀ ਮਿਲੇ ਆ ਕੇ ਸਭੋ ਕੀ ਤਲਵੰਡੀ, 10ਵੇਂ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕਿਆ। ਸਾਧ ਸੰਗਤ ਜੀ, ਇੱਥੇ ਜਦੋਂ ਸਰੂਪ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖਾਉਣਾ ਸ਼ੁਰੂ ਕੀਤਾ ਨਾ, ਸ਼ਹੀਦ ਭਾਈ ਮਨੀ ਸਿੰਘ ਨੂੰ ਲਿਖਾਰੀ ਲਾਇਆ। ਦੂਜੇ ਲਿਖਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸ਼ਹੀਦ ਭਾਈ ਮਨੀ ਸਿੰਘ। ਤੇ ਮਹਾਰਾਜ ਚੌਂਕੜਾ ਮਾਰ ਕੇ ਬੈਠ ਜਾਂਦੇ ਨੇ, ਨੇਤਰ ਬੰਦ ਕਰਕੇ।
ਉਧਰ ਬਾਬਾ ਦੀਪ ਸਿੰਘ ਜੀ ਸੋਹਣੀਆਂ ਸੋਹਣੀਆਂ ਕਲਮਾਂ ਬਣਾ ਕੇ, ਕਲਮ ਨੂੰ ਇੱਕ ਵਾਰੀ ਯੂਜ਼ ਕੀਤਾ ਜਾਂਦਾ, ਫਿਰ ਨਵੀਂ ਕਲਮ ਤਿਆਰ ਹੁੰਦੀ। ਉਹ ਸੇਵਾ ਬਾਬਾ ਦੀਪ ਸਿੰਘ ਜੀ ਨੇ ਕੀਤੀ। 10ਵੇਂ ਪਾਤਸ਼ਾਹ ਨੇਤਰ ਬੰਦ ਕਰਕੇ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਲਿਖਾਇਆ। ਮਹਾਰਾਜ ਨੇ ਕਈ ਕਹਿਣਗੇ ਮਹਾਰਾਜ ਨੂੰ ਯਾਦ ਸੀ, ਗੁਰੂ ਨੂੰ ਕੀ ਲੋੜ ਹੈ ਯਾਦ? ਗੁਰੂ ਤੇ ਆਪ ਸਰਬੱਗੇ ਸਮਰੱਥ, ਗੁਰੂ ਦੇ ਸਿੱਖਾਂ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਯਾਦ। ਐਸੇ ਕੌਣ ਹੋਏ ਨੇ ਗੁਰਸਿੱਖ ਜਿਹੜੇ ਇਤਿਹਾਸਕਾਰ ਹੋਏ ਨੇ? ਭਾਈ ਕਾਹਨ ਸਿੰਘ ਨਾਭਾ, ਉਹਨਾਂ ਦੇ ਪਿਤਾ ਸੀ ਭਾਈ ਨਰਾਇਣ ਸਿੰਘ। ਉਹ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਕਰਦੇ ਸੀ, ਚੌਂਕੜਾ ਲਾ ਕੇ ਬਹਿ ਜਾਂਦੇ ਸੀ, ਸਾਰਾ ਪਾਠ ਕਰਕੇ ਉੱਠਦੇ ਸੀ। ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ 48 ਘੰਟੇ। ਆਪਾਂ ਤਾਂ ਅੱਧਾ ਘੰਟਾ ਨਹੀਂ ਬਹਿ ਸਕਦੇ ਗੁਰੂ ਘਰ, ਘੰਟਾ। ਉਹ 48 ਘੰਟੇ ਬੈਠੇ ਰਹਿੰਦੇ। ਐ ਥੋੜ੍ਹਾ ਉਹਨਾਂ ਦਾ ਜਸ ਗਾਇਆ ਜਾਂਦਾ। ਕਿਰਪਾ ਤਾਂ ਫਿਰ ਜਿੰਨਾ ਉਹਦੇ ਪਿਆਰ ਵਿੱਚ ਬਹੇਗਾ ਉਨੀ ਕਿਰਪਾ ਹੋਏਗੀ। ਤੇਰੇ ਹੱਥ ਹੈ ਕਿੰਨੀ ਕਿਰਪਾ ਲੈਣੀ। ਇਹ ਕਹਿੰਦਾ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ, ਤੇ ਮਹਾਂਪੁਰਸ਼ ਨੇ ਜਵਾਬ ਦਿੱਤਾ 6 ਤੋਂ 8 ਘੰਟੇ ਰੋਜ਼ ਬਹਿ ਜਾ ਕਰ, ਚੌਂਕੜਾ ਲੰਘ, ਲਗਾਤਾਰ ਕਰੀ ਜਾ, ਨੇਮ ਇੱਕ ਦਿਨ ਆਪੀ ਮਹਾਰਾਜ ਦਰਸ਼ਨ ਦੇ ਦੇਣਗੇ। ਗੁਰੂ ਗੋਬਿੰਦ ਸਿੰਘ ਮਹਾਰਾਜ। ਜੀਵਨ ਬਣਾਉਣਾ ਪੈਣਾ ਹੈ। ਥੋੜ੍ਹਾ ਜਪਜੀ ਸਾਹਿਬ ਦਾ ਪਾਠ ਨਹੀਂ ਹੁੰਦਾ, ਆਸ ਰੱਖਦਾ ਵੱਡੀ ਬਣੀ। ਜੈਸਾ ਜੀਵਨ ਹੋਏਗਾ ਵੈਸੀ ਕਿਰਪਾ ਬਣੀ ਜਾਏਗੀ। ਹੁਣ ਆਪਣੇ ਹੱਥ ਹੈ ਕਿੰਨਾ ਕੁ ਜੀਵਨ ਬਣਾਉਣਾ। ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖਾਇਆ। ਸਾਰੇ ਦੇ ਅਰਥ ਵੀ ਇੱਥੇ ਕੀਤੇ। 9 ਮਹੀਨੇ ਲੱਗੇ, 9 ਦਿਨ ਲੱਗੇ, 9 ਘੜੀਆਂ ਲੱਗੀਆਂ, 9 ਪਲ ਦਾ ਸਮਾਂ ਲੱਗਿਆ, ਤੇ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਰਥ ਵੀ ਕੀਤੇ। ਤੇ 9 ਮਹੀਨਿਆਂ ਵਿੱਚ 1,30,000 ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਾਇਆ। 1,40 ਵੀ ਦੱਸਦੇ ਨੇ। ਬਾਬਾ ਦੀਪ ਸਿੰਘ ਜੀ ਤਾਂ ਆਨੰਦਪੁਰ ਸਾਹਿਬ ਵੀ ਅੰਮ੍ਰਿਤ ਛਕ ਲਿਆ ਸੀ ਮਹਾਰਾਜ ਕੋਲੋਂ। 1699 ਦੀ ਵਿਸਾਖੀ ਤੋਂ ਬਾਅਦ ਛਕਿਆ, 1700 ਵਿੱਚ ਬਾਬਾ ਦੀਪ ਸਿੰਘ ਜੀ ਨੇ। ਤੇ ਸਾਧ ਸੰਗਤ ਜੀ, ਇੱਥੇ ਬੜੀ ਸੇਵਾ ਕੀਤੀ ਬਾਬਾ ਦੀਪ ਸਿੰਘ ਜੀ ਨੇ। ਜਦੋਂ ਅਰਥ ਸੁਣੇ ਕਹਿਣ ਲੱਗੇ ਮਹਾਰਾਜ ਬੜਾ ਆਨੰਦਿਤ ਜੀਵਨ ਹੋ ਗਿਆ, ਅਵਸਥਾ ਵੀ ਤੁਹਾਡੀ ਕਿਰਪਾ ਨਾਲ ਉੱਚੀ ਹੋ ਗਈ। ਆਤਮਿਕ ਅਵਸਥਾ, ਰੂਹਾਨੀਅਤ ਦੇ ਮੁਜੱਸਮੇ, ਬ੍ਰਹਮ ਗਿਆਨ ਅਵਸਥਾ। ਮਹਾਰਾਜ ਇਹ ਗਿਆਨ, ਇਹ ਆਨੰਦ ਵਿਸਰੇ ਨਾ। ਬਾਬਾ ਦੀਪ ਸਿੰਘ ਜੀ ਸੀਸ ਲੱਥ ਜਾਏਗਾ ਪਰ ਇਹ ਆਨੰਦ ਨਹੀਂ ਵਿਸਰੇਗਾ। ਫਿਰ ਸ਼ਹੀਦ ਭਾਈ ਮਨੀ ਸਿੰਘ ਮਹਾਰਾਜ, ਇਹ ਆਨੰਦ ਵਿਸਰੇ ਨਾ। ਕਹਿੰਦੇ ਬੰਦ ਕੱਟਿਆ ਜਾਏਗਾ, ਆਨੰਦ 'ਚ ਫਰਕ ਨਹੀਂ ਪਏ। ਇਤਿਹਾਸਕਾਰ ਇੰਝ ਵੀ ਕਹਿੰਦੇ ਨੇ, ਕਹਿੰਦੇ ਇਹਨਾਂ ਨੇ ਕਿਹਾ ਮਹਾਰਾਜ ਸਾਡੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜੇ, ਸਿੱਖੀ ਤੋੜ ਨਿਭ ਜੇ ਸਾਡੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹੇ ਬਾਬਾ ਦੀਪ ਸਿੰਘ ਜੀ ਸਿਰ ਤਾਂ ਲੱਥ ਜਾਏਗਾ ਭਾਵੇਂ ਸਿੱਖੀ ਨਿਭੇਗੀ ਤੋੜ। ਸ਼ਹੀਦ ਭਾਈ ਮਨੀ ਸਿੰਘ ਜੀ ਬੰਦ ਤਾਂ ਕੱਟਿਆ ਜਾਏਗਾ ਪਰ ਤੁਹਾਡੀ ਸਿੱਖੀ ਤੋੜ ਨਿਭੇਗੀ। ਦੇਖੋ ਗੁਰੂ ਕੋਲੋਂ ਦਾਤਾਂ ਮੰਗੀਆਂ, ਸਿੱਖੀ ਸਾਡੀ ਤੋੜ ਨਿਭ ਜੇ ਸਾਹਿਬਾ। ਇੱਥੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੱਖਣ ਵਾਲੇ ਪਾਸੇ ਇੱਥੋਂ ਗਏ ਨਾ, ਹਜ਼ੂਰ ਸਾਹਿਬ ਵਾਲੇ ਪਾਸੇ, ਤੇ ਬਾਬਾ ਦੀਪ ਸਿੰਘ ਦੀ ਡਿਊਟੀ ਲਾ ਗਈ। ਜਿਹੜੇ ਅਰਥ ਸੁਣੇ ਨੇ ਤੁਸੀਂ, ਇਹ ਹੁਣ ਪ੍ਰਚਾਰ ਕਰਨਾ, ਵੰਡਣੇ ਨੇ। ਜਿਹੜੀ ਗੁਰਬਾਣੀ ਪੜ੍ਹੀ ਹੈ ਸਾਡੇ ਤੋਂ, ਇਹ ਸਾਰੀ ਗੁਰਬਾਣੀ ਪੜ੍ਹਾਉਣੀ ਹੈ, ਅੱਗੇ ਸੰਥਿਆ ਦੇਣੀ। ਇਹ ਫਿਰ ਬਾਬਾ ਦੀਪ ਸਿੰਘ ਨੇ ਸੇਵਾ ਕੀਤੀ। ਸਾਧ ਸੰਗਤ ਜੀ, ਆ ਜਿਹੜੀ ਦਮਦਮੀ ਟਕਸਾਲ ਹੈ ਨਾ, ਬਾਬਾ ਦੀਪ ਸਿੰਘ ਮੁਖੀ ਨੇ ਦਮਦਮੀ ਟਕਸਾਲ। ਹਰੇਕ ਹੀ ਮੂੰਹ ਚੱਲ ਜਾਂਦਾ, ਟਕਸਾਲ ਨੂੰ ਬੋਲਣ ਲੱਗ ਜਾਂਦਾ। ਟਕਸਾਲ ਨੂੰ ਨਹੀਂ ਬੋਲਣਾ ਚਾਹੀਦਾ ਕਦੇ। ਟਕਸਾਲ ਬਾਬਾ ਦੀਪ ਸਿੰਘ ਦੀ ਹੈ। ਇਸ ਕਰਕੇ ਜੇ
ਟਕਸਾਲ ਦੇ ਵਿੱਚ ਕਈ ਵਾਰ ਬੰਦੇ ਕਈ ਵਾਰ ਰਹਿਤ ਤੋਂ ਹੀਨੇ, ਰਹਿਤ ਦੇ ਵਿੱਚ ਪਰਪੱਕ ਹੋ ਸਕਦੇ ਨੇ, ਘਾਟਵਾਦ। ਪਰ ਸਾਧ ਸੰਗਤ ਜੀ, ਟਕਸਾਲ ਵਾਲ ਦਾ ਜੀਵਨ ਹੀ ਲਹਿਦਾ ਹੁੰਦਾ ਹੈ। ਤੁਸੀਂ ਟਕਸਾਲ ਦੇ ਵਿੱਚ ਸਾਰੇ ਗੁਰਦੁਆਰੇ 'ਚ ਜਾਇਓ, ਟਕਸਾਲ ਦੇ ਵਿੱਚ ਇੱਕ ਹਫ਼ਤਾ ਰਹਿ ਕੇ ਆਇਓ, ਕਿਤੇ ਪਤਾ ਲੱਗੇਗਾ ਉੱਥੇ ਕਿਹੜੀ ਮਰਿਆਦਾ ਪੜ੍ਹਾਈ ਜਾਂਦੀ, ਪਤਾ ਲੱਗੇਗਾ ਫਿਰ ਕੈਸੇ ਜੀਵਨ ਨੇ ਉੱਥੇ। ਜਿਹੜੇ ਉੱਥੇ ਗੁਰਸਿੱਖ ਨੇ ਨਾ, ਬਾਣੀ ਪੜ੍ਹਨ ਵਾਲੇ ਸਿੱਖ ਨੇ, ਉਹਨਾਂ ਦਾ ਨਿਤਨੇਮ ਹੈ ਸੁੰਦਰ ਗੁਟਕਾ, 42 ਬਾਣੀਆਂ ਪੜ੍ਹਨੀਆਂ ਨਿਤਨੇਮ 'ਚ। ਇੰਨੇ ਜੀਵਨ ਨੇ ਸਿੰਘਾਂ ਦੇ, ਚੜ੍ਹਦੀ ਕਲਾ, ਚਿਹਰੇ ਤੱਕਿਓ ਇੰਨੇ ਨੂਰ ਡਲਕਦੇ ਨੇ, ਮਾਰ ਦੀ ਕਿਰਪਾ। ਇਸ ਕਰਕੇ ਸਾਧ ਸੰਗਤ ਜੀ, ਟਕਸਾਲ ਮਤਲਬ ਜਿੱਥੇ ਜੀਵਨ ਘੜਿਆ ਜਾਂਦਾ ਹੈ। ਇਹ ਬਾਬਾ ਦੀਪ ਸਿੰਘ ਮੁਖੀ ਹੋਏ ਨੇ ਟਕਸਾਲ ਦੇ, ਤੇ ਉਹੀ ਅਰਥ ਸੀਨੇ ਬਸੀਨੇ ਅੱਜ ਵੀ ਚੱਲਦੇ ਪਏ ਨੇ। ਬਾਬਾ ਦੀਪ ਸਿੰਘ ਨੇ ਫਿਰ ਇੱਕ ਮਹਾਨ ਕਾਰਜ ਕੀਤਾ, ਜਿਹੜਾ 11 ਸਾਲ ਕੀਤਾ। 11 ਸਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਿਹੜਾ 10ਵੇਂ ਪਾਤਸ਼ਾਹ ਲਿਖਾ ਗਏ, ਉਹਦਾ ਉਤਾਰਾ ਕਰਨਾ, ਉਹਨੂੰ ਪੜ੍ਹਨਾ ਤੇ ਪੜ੍ਹਾਉਣਾ। ਇੱਕ ਅੰਗ ਲਿਖਣਾ, ਉਹਨੂੰ ਪੜ੍ਹਨਾ ਪੜ੍ਹਾਉਣਾ, ਕਮਾਲ ਦੀ ਗੱਲ। ਤੇ 4 ਉਤਾਰੇ ਕੀਤੇ ਸਾਰੇ ਗੁਰੂ ਗ੍ਰੰਥ ਸਾਹਿਬ, ਜਿਵੇਂ 1430 ਅੰਗ ਨੇ ਗੁਰੂ ਗ੍ਰੰਥ ਸਾਹਿਬ, 4 ਸਰੂਪ ਆਪਣੇ ਹੱਥ ਨਾਲ ਸ਼ਹੀਦ ਬਾਬਾ ਦੀਪ ਸਿੰਘ ਮਹਾਰਾਜ ਨੇ ਲਿਖੇ, ਤੇ 4 ਤਖਤਾਂ ਤੇ ਅਨੰਦਪੁਰ ਸਾਹਿਬ, ਪਟਨਾ ਸਾਹਿਬ, ਇਸ ਤਰ੍ਹਾਂ ਪਹੁੰਚਾਏ। 10ਵੇਂ ਪਾਤਸ਼ਾਹ ਪਹੁੰਚ ਗਏ ਸੀ ਹਜੂਰ ਸਾਹਿਬ। ਮਾਧੋ ਦਾਸ ਜਿਹੜਾ ਸੀ, ਜਿਹਦਾ ਨਾਮ ਪਹਿਲਾਂ ਮਾਧੋ ਦਾਸ, ਫਿਰ ਨਾ ਲਛਮਣ ਦਾਸ, ਮਾਧੋ ਦਾਸ, ਫਿਰ ਤੀਸਰਾ ਨਾਮ ਪਿਆ ਉਹਨਾਂ ਦਾ ਗੁਰਬਖਸ਼ ਸਿੰਘ, ਖਿਤਾਬ ਬਾਬਾ ਬੰਦਾ ਸਿੰਘ ਬਹਾਦਰ। ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾਰ ਨੇ ਤੀਰ ਦੇ ਕੇ, ਸਿੰਘ ਦੇ ਕੇ, ਥਾਪਣਾ ਦੇ ਕੇ ਭੇਜ ਦਿੱਤਾ ਪੰਜਾਬ ਵੱਲ ਨੂੰ। ਫਿਰ ਖੰਡਾ ਖੜਕਾਇਆ ਬਾਬਾ ਬੰਦਾ ਸਿੰਘ ਬਹਾਦਰ ਨੇ, ਸਾਹਿਬਜ਼ਾਦਿਆਂ ਦਾ ਬਦਲਾ ਲਿਆ ਬਾਬਾ ਬੰਦਾ ਸਿੰਘ ਬਹਾਦਰ ਨੇ। ਸਾਧ ਸੰਗਤ ਜੀ, ਬਾਬਾ ਦੀਪ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਜਦੋਂ ਪਤਾ ਲੱਗਿਆ, ਨਾਲ ਰਲ ਗਏ। ਜਿਹੜਾ ਸਰਹੰਦ ਦਾ ਯੁੱਧ ਹੋਇਆ, ਵਜ਼ੀਰ ਖਾਨ ਨੂੰ ਮਾਰਿਆ, ਇਹਦੇ 'ਚ ਬਾਬਾ ਦੀਪ ਸਿੰਘ ਜੀ ਵੀ ਸੀ। ਬਾਬਾ ਦੀਪ ਸਿੰਘ ਨੇ ਉੱਥੇ ਵੀ ਖੰਡਾ ਚਲਾਇਆ। ਆਪਾਂ ਕਈ ਵਾਰ ਦੱਸ ਦਿੰਦੇ ਹਾਂ ਵੀ ਜਦੋਂ ਦਰਬਾਰ ਸਾਹਿਬ ਗਏ, ਸੀਸ ਲੱਥ ਗਏ, ਉਦੋਂ ਦਰਬਾਰ ਸਾਹਿਬ ਦੀ ਸ਼ੋਭਾ ਦਾ ਬਰਕਰਾਰ ਰੱਖਣ ਵਾਸਤੇ ਜੰਗ ਕੀਤਾ। ਉਸ ਤੋਂ ਪਹਿਲਾਂ ਵੀ ਯੁੱਧ ਕੀਤੇ ਨੇ ਬਾਬਾ ਦੀਪ ਸਿੰਘ ਜੀ ਨੇ। ਸਰਹੰਦ ਦਾ ਵੀ ਯੁੱਧ ਕੀਤਾ। ਸਰਹੰਦ ਦਾ ਯੁੱਧ ਕਰਕੇ ਫਿਰ ਅਨੰਦਪੁਰ ਸਾਹਿਬ ਗਏ। 3 ਮਹੀਨੇ ਕਥਾ ਕੀਤੀ ਬਾਬਾ ਦੀਪ ਸਿੰਘ ਨੇ ਉੱਥੇ ਅਨੰਦਪੁਰ ਸਾਹਿਬ। ਇੱਥੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਮਿਸਲਾਂ ਦਾ ਜਥੇਦਾਰ ਸ਼ਹੀਦ ਬਾਬਾ ਦੀਪ ਸਿੰਘ, ਸ਼ਹੀਦਾਂ ਦੀ ਮਿਸਲ ਦਾ ਜਥੇਦਾਰ, ਤੇ ਖਿਤਾਬ ਦਿੱਤਾ ਜਿੰਦਾ ਸ਼ਹੀਦ, ਜਿੰਦਾ ਸ਼ਹੀਦ ਬਾਬਾ ਦੀਪ ਸਿੰਘ ਜੀ। ਸੋ ਸਾਧ ਸੰਗਤ ਜੀ, ਬਾਬਾ ਬੰਦਾ ਸਿੰਘ ਬਹਾਦਰ ਵਿੱਚ ਵੀ ਬੜੀ ਨਿਮਰਤਾ ਸੀ। ਜਿਹੜਾ ਖਾਲਸੇ ਦਾ ਰਾਜ ਚਲਾ ਸਕਦਾ ਹੈ, ਸਿੱਕੇ ਚਲਾ ਸਕਦਾ ਹੈ, ਖਾਲਸੇ ਦੇ ਨਿਸ਼ਾਨ ਚਲਾ ਸਕਦਾ ਹੈ। ਤਿਰੰਗਾ ਨਹੀਂ ਆਪਣਾ, ਕੇਸਰੀ ਨਿਸ਼ਾਨ ਸਾਡਾ ਉਹ ਹੈ ਨਿਸ਼ਾਨ। ਇਸ ਕਰਕੇ ਉਹ ਬਾਬਾ ਬੰਦਾ ਸਿੰਘ ਬਹਾਦਰ 'ਚ ਨਿਮਰਤਾ ਬੜੀ ਸੀ। ਆਪਣੇ ਆਪ ਨੂੰ ਲੋਕੀ ਕਹਿੰਦੇ ਨਾ, ਉਹ ਕਹਾਇਆ, ਉਹਨੇ ਤਾਂ ਸਿੰਘ ਵੀ ਨਹੀਂ ਕਹਾਇਆ ਆਪਣੇ ਆਪ, ਇੰਨੀ ਨਿਮਰਤਾ 'ਚ ਰਿਹਾ ਬੰਦਾ ਸਿੰਘ, ਬੰਦਾ ਬਹਾਦਰ, ਬੰਦਾ ਬਹਾਦਰ, ਨਿਮਰਤਾ ਬੜੀ ਸੀ। ਇਸ ਕਰਕੇ ਬਾਬਾ ਦੀਪ ਸਿੰਘ ਜੀ ਫਿਰ ਸਾਬੋ ਕੀ ਤਲਵੰਡੀ ਆ ਗਏ ਅਨੰਦਪੁਰ ਸਾਹਿਬ। ਫਿਰ ਇੱਥੇ ਬੜਾ ਪ੍ਰਚਾਰ ਕੀਤਾ, ਕਥਾ ਕੀਤੀ, ਗੁਰਬਾਣੀ ਪੜ੍ਹਾਈ, ਗੁਰਬਾਣੀ ਸਿਖਾਈ, ਗੁਰਬਾਣੀ ਲਿਖੀ। ਮਹਾਨ ਸੇਵਾਵਾਂ ਬਾਬਾ ਦੀਪ ਸਿੰਘ ਜੀ ਮਹਾਰਾਜ ਨੇ ਕੀਤੀਆਂ। ਸਾਧ ਸੰਗਤ ਜੀ, ਅਹਿਮਦ ਸ਼ਾਹ ਬਦਾਲੀ, ਜਿਹਦਾ ਪੁੱਤਰ ਤੈਮੂਰ ਤੇ ਨਾਲ ਜਹਾਰ ਖਾਂ ਵਰਗੇ ਵੱਡੇ ਵੱਡੇ ਜਰਨੈਲ, 4 ਵਾਰੀ ਹਮਲਾ ਹੋ ਚੁੱਕਾ ਸੀ ਬਾਬਾ ਦੀਪ ਸਿੰਘ।
ਜਦੋਂ ਖੰਡਾ ਚੁੱਕਿਆ ਨਾ, ਜਦੋਂ ਸ਼ਹਾਦਤ ਹੋਈ ਹੈ, ਉਦੋਂ ਚੌਥਾ ਹਮਲਾ ਸੀ ਅਹਿਮਦ ਸ਼ਾਹ ਅਬਦਾਲੀ ਦਾ। ਇਹ ਸਾਧ ਸੰਗਤ ਜੀ, ਇਹ ਭਾਰਤ 'ਚ ਆਉਂਦਾ ਸੀ, ਲੁੱਟ ਕੇ ਲੈ ਜਾਂਦਾ ਸੀ। ਇਹ ਧਰਤੀ ਦੀਆਂ ਬਹੁ ਬੇਟੀਆਂ ਨੂੰ ਵੀ ਲੈ ਜਾਂਦਾ ਸੀ, ਧਨ ਪਦਾਰਥ ਵੀ ਲੈ ਜਾਂਦਾ ਸੀ। ਤੇ ਗੁਰੂ ਕਾ ਖਾਲਸਾ ਜਦੋਂ ਪਤਾ ਲੱਗਿਆ, ਫਿਰ ਐਸੇ ਚਣੇ ਚਬਾਏ, ਕਹਿੰਦਾ ਅੱਜ ਤੱਕ ਮੇਰਾ ਰਾਹ ਰੋਕਣ ਦਾ ਕਿਸੇ ਵਿੱਚ ਹੀਆ ਨਹੀਂ ਹੋਇਆ, ਕਿਸੇ ਨੇ ਮੂੰਹੋਂ ਆਵਾਜ਼ ਵੀ ਨਹੀਂ ਕੱਢੀ, ਸਾਡਾ ਰਾਹ ਕਿਹਨੇ ਰੋਕਿਆ। ਕਹਿੰਦੇ ਗੁਰੂ ਕਲਗੀਧਰ ਪਾਤਸ਼ਾਹ ਦਾ ਖਾਲਸਾ ਬੜਾ ਉਹਨੇ ਕਤਲੇਆਮ ਕੀਤਾ। ਕਹਿੰਦੇ ਮੁੱਕਦੇ ਨਹੀਂ, ਡਰਦੇ ਨਹੀਂ, ਇਹ ਕੀ ਖਾਂਦੇ ਨੇ, ਇਹਨਾਂ 'ਚ ਕੀ ਭਰਿਆ ਜਾਂਦਾ। ਕਹਿਣ ਲੱਗਾ, ਜਿਹਨੇ ਦੱਸਣ ਵਾਲੇ ਨੇ ਦੱਸਿਆ, ਕਹਿੰਦੇ ਇਹਨਾਂ ਅੰਦਰ ਗੁਰੂ ਕਲਗੀਧਰ ਪਾਤਸ਼ਾਹ ਨੇ ਤਾਕਤ ਭਰੀ ਹੈ, ਆਬੇ ਹਯਾਤ। ਉਹ ਕੀ ਹੁੰਦਾ? ਕਹਿੰਦੇ ਆਬੇ ਹਯਾਤ, ਮੁਸਲਮਾਨ ਅੰਮ੍ਰਿਤ ਨੂੰ ਆਬੇ ਹਯਾਤ ਕਹਿੰਦੇ ਨੇ। ਕਹਿੰਦੇ ਅੰਮ੍ਰਿਤ ਛਕਾਇਆ, ਆਬੇ ਹਯਾਤ ਪਿਆ। ਉਹ ਕਿਵੇਂ? ਕਹਿੰਦੇ ਉਹ ਜਲ ਲੈ ਕੇ ਵਿੱਚ ਪਤਾਸੇ ਪਾ ਕੇ, ਖੰਡਾ ਘੋਲ ਕੇ, ਕਲਾਮ ਪੜ੍ਹ ਕੇ, ਆਪਾਂ ਬਾਣੀ ਕਹਿੰਦੇ ਉਹ ਕਲਾਮ, ਕਲਮਾ ਪੜ੍ਹ ਕੇ ਸ਼ਕਤੀ ਭਰਤੀ। ਗੁਰੂ ਗੋਬਿੰਦ ਸਿੰਘ ਇਹਨਾਂ ਦਾ ਮੁਰਸ਼ਦ ਬੜਾ ਹੀ ਬਾ ਕਾਬਲੇ ਤਾਰੀਫ। ਤੇ ਜਿਹੜਾ ਅੰਮ੍ਰਿਤ ਛਕ ਲੈਂਦਾ, ਸੂਰ ਵੀਰ ਯੋਧਾ, ਸਿਰਲੱਥ ਯੋਧਾ ਬਣ ਜਾਂਦਾ। ਨਾਲੇ ਦੱਸਿਆ ਗਿਆ ਇਹਨਾਂ ਵਿੱਚ ਐਨਰਜੀ ਕਿੱਥੋਂ ਆਉਂਦੀ, ਇਹਨਾਂ ਵਿੱਚ ਸਪਿਰਿਟ ਕਿੱਥੋਂ ਭਰੀ ਜਾਂਦੀ, ਇਹਨਾਂ ਵਿੱਚ ਪਾਵਰ ਕਿੱਥੋਂ ਭਰੀ ਜਾਂਦੀ। ਕਹਿੰਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਹਨਾਂ ਦੀ ਜਾਨ ਹੈ, ਇਹਨਾਂ ਦੀ ਜਿੰਦ ਹੈ। ਐ ਨਾ ਸੁਣ ਲਿਆ ਕਰੋ ਜਿਹੜੇ ਹਰਿਮੰਦਰ ਸਾਹਿਬ ਦੀ ਨਿੰਦਿਆ ਕਰੀ ਜਾਂਦੇ ਨੇ, ਮਾਰਤ ਹੈ, ਜਲ ਹੈ। ਤੁਹਾਨੂੰ ਪਤਾ ਨਹੀਂ ਤੁਹਾਡੀ એનર્ਜੀ ਸਪਿਰਿਟ ਘਟਾ ਰਹੇ ਨੇ। ਉਹ ਵੀ ਇਮਾਰਤ ਹੈ ਜੀ, ਜਿਵੇਂ ਆਪਣੀ ਇਮਾਰਤ, ਉਹ ਵੀ ਪਾਣੀ ਹੈ। ਇਹੋ ਜਿਹੀ ਜਿਬ ਸੜ ਜਾਣੀ ਚਾਹੀਦੀ ਹੈ। ਉੱਥੇ ਤਾਂ ਕੋੜੇ ਵੀ ਠੀਕ ਹੋ ਜਾਂਦੇ ਨੇ, ਤੇ ਪਾਣੀ ਕਿਵੇਂ ਹੋਇਆ? ਉਹ ਅੰਮ੍ਰਿਤ ਹੈ, ਅੰਮ੍ਰਿਤ। ਇਸ ਕਰਕੇ ਸਾਧ ਸੰਗਤ ਜੀ ਉਹਨਾਂ ਨੇ ਦੱਸਿਆ, ਕਹਿੰਦੇ ਉਹ ਅੰਮ੍ਰਿਤ ਸਰੋਵਰ ਹੈ, ਉਹਦੇ ਵਿੱਚ ਆਬੇ ਹਯਾਤ ਹੈ। ਜਲ ਨਹੀਂ ਕਿਹਾ ਉਹਨਾਂ ਨੇ, ਅੰਮ੍ਰਿਤ ਕਿਹਾ। ਵੇਖੋ ਉਹਨਾਂ 'ਚ ਵੀ ਸ਼ਰਧਾ ਸੀ, ਭਾਵੇਂ ਜੰਗ ਹੀ ਕਰਦੇ ਸੀ, ਅੰਦਰ ਸ਼ਰਧਾ ਕੇ ਆਬੇ ਹਯਾਤ ਪੀਂਦੇ ਨੇ, ਉੱਥੋਂ ਛਕਦੇ ਨੇ, ਸਰੋਵਰ ਵਿੱਚੋਂ ਇਸ਼ਨਾਨ ਕਰਦੇ ਨੇ। ਤੇ ਸਾਧ ਸੰਗਤ ਜੀ ਸਾਡੇ ਬਜ਼ੁਰਗ ਕਿਤੇ ਸਾਲ ਬਾਅਦ ਜਾਂਦੇ ਹੁੰਦੇ ਸੀ, ਤੇ ਜਦੋਂ ਜਾਂਦੇ ਸੀ ਤੇ ਆਨੰਦ ਪ੍ਰਾਪਤ ਕਰਦੇ ਸੀ, ਤੇ ਫਿਰ ਅਰਦਾਸ ਵਿੱਚ ਉਹ ਸ਼ਬਦ ਵੀ ਪੈ ਗਏ ਵੀ ਸਾਨੂੰ ਅੰਮ੍ਰਿਤਸਰ ਕਦੇ ਨਾ ਵਿਸਰੇ, ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ। ਅਰਦਾਸ ਵਿੱਚ ਵੀ ਸ਼ਾਮਲ ਹੈ, ਜਿਹੜੇ ਕਹਿੰਦੇ ਸਾਨੂੰ ਤੋੜਦੇ ਪਏ ਨੇ ਅੰਮ੍ਰਿਤ ਸਰਤ ਨਾਲੋਂ। ਇਸ ਕਰਕੇ ਇੱਥੋਂ ਇਹਨਾਂ ਦੇ ਅੰਦਰ ਤਾਕਤ ਭਰੀ ਜਾਂਦੀ ਹੈ। ਕਹਿੰਦੇ ਤਾਂ ਗੱਲ ਹੀ ਕੋਈ ਨਹੀਂ, ਆਪਾਂ ਅੰਮ੍ਰਿਤਸਰ ਹੀ ਢਾ ਦਿੰਦੇ ਹਾਂ, ਹਰਿਮੰਦਰ ਸਾਹਿਬ ਢਾ ਦਿੰਦੇ ਹਾਂ, ਸਰੋਵਰ ਨੂੰ ਪੂਰ ਦਿੰਦੇ ਹਾਂ, ਫਿਰ ਵੇਖਾਂਗੇ ਇਹਨਾਂ 'ਚ ਤਾਕਤ ਕਿੱਥੋਂ ਆਏਗੀ। ਕਹਿਣ ਲੱਗੇ ਇਹ ਅਹਿਮਦ ਸ਼ਾਹ ਅਬਦਾਲੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਕੋਪੇ ਭਰ ਕੇ ਨਾ ਬਰੂਦ ਦੇ। ਫਿਰ ਦਰਬਾਰ ਸਾਹਿਬ ਨੂੰ, ਹਰਿਮੰਦਰ ਸਾਹਿਬ ਨੂੰ ਉਡਾਇਆ ਗਿਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸੇਵਾ ਕੀਤੀ, ਗੁਰੂ ਦੇ ਖਾਲਸੇ ਨੇ ਸੇਵਾ ਕੀਤੀ। ਬਾਅਦ ਵਿੱਚ ਜਦੋਂ ਦਰਬਾਰ ਸਾਹਿਬ ਤੇ ਐਸਾ ਹਮਲਾ ਕੀਤਾ, ਬਰੂਦ ਭਰ ਭਰ ਉਡਾਇਆ ਗਿਆ, ਤੇ ਦਰਬਾਰ ਸਾਹਿਬ ਦੀ ਇੱਟ ਨਿਕਲ ਕੇ ਅਹਿਮਦ ਸ਼ਾਹ ਦੇ ਇੱਥੇ ਨੱਕ ਤੇ ਕਹਿੰਦੇ ਵੱਜੀ। ਭਾਵੇਂ ਕਈਆਂ ਨੇ ਇਹ ਵੀ ਕਿਹਾ ਕਿ ਅਹਿਮਦ ਸ਼ਾਹ ਜਦੋਂ ਰਾਹ ਰੋਕਿਆ, ਤੰਬੂਰ ਨੂੰ ਭੇਜਿਆ, ਜ਼ਾਰ ਖਾਨ ਨੂੰ ਭੇਜਿਆ, ਉਹਨਾਂ ਨੇ ਹਮਲਾ ਕੀਤਾ। ਜਦੋਂ ਬੇਅਦਬੀ ਦਾ ਪਤਾ ਲੱਗਾ ਬਾਬਾ ਦੀਪ ਸਿੰਘ ਜੀ ਨੂੰ, ਉਦੋਂ ਭੋਰੇ ਵਿੱਚ ਜਾਪ ਕਰਦੇ ਸੀ, ਕਈ ਪਾਠ ਜਾਪ ਸਾਹਿਬ ਦੇ, ਕਈ ਪਾਠ ਜਪਜੀ ਸਾਹਿਬ ਦੇ, ਬੈਠੇ ਰਹਿੰਦੇ ਨੇ 25 ਪਾਠ, 50 ਪਾਠ, ਬੜੇ ਪਾਠ ਕਰ ਦਿੰਦੇ ਨੇ, ਕਿੰਨਾ 8 ਘੰਟੇ ਬੈਠੇ ਨੇ ਉੱਥੇ। ਇੱਕ ਛੋਲਿਆਂ ਦੀ ਮੁੱਠ ਛਕਦੇ ਨੇ ਸਿਰਫ, ਜਾਂ ਜਲ ਛਕਦੇ ਨੇ ਤੇ ਬਹਿ ਜਾਂਦੇ ਨੇ, ਬੈਠੇ ਰਹਿੰਦੇ ਨੇ, ਜਾਪ ਕਰਦੇ ਰਹਿੰਦੇ। ਉਮਰ ਹੋ ਗਈ ਹੈ 75 ਸਾਲ।
ਪ੍ਰਕਾਸ਼ ਹੋਇਆ ਸੀ 1682 ਵਿੱਚ 26 ਜਨਵਰੀ ਅੱਜ ਵਾਲੇ ਦਿਨ 26 ਜਨਵਰੀ 1682 ਤੇ ਇਹ ਜਿਹੜੀ 1757 ਦੀ ਗੱਲ ਹੈ। 75 ਸਾਲ ਦੀ ਉਮਰ ਹੋ ਗਈ ਬਾਬਾ ਦੀਪ ਸਿੰਘ ਜੀ ਵਡੇਪੇ ਵਾਲੀ। ਪਰ ਗੁਰਮੁਖ ਬੂਢੇ ਕਦੇ ਨਾਹੀਂ, ਜਿਨ ਅੰਤਰ ਸੁਰਤ ਗਿਆਨ। ਬਾਣੀ ਨਾਲ ਜੁੜੇ ਨੇ ਜਿਹੜੇ ਆਤਮਕ ਬਲ ਕਰਕੇ ਕਦੀ ਇਨਸਾਨ ਕਮਜ਼ੋਰ ਨਹੀਂ ਹੁੰਦਾ। ਜੇ ਬਾਣੀ ਪੜਾਂਗੇ ਨਾ ਬਜ਼ੁਰਗ ਵੀ ਆਪਾਂ ਹੋ ਜਾਾਂਗੇ ਪਰ ਆਪਣੇ ਅੰਦਰ ਬਲ ਬਣਿਆ ਰਹੇਗਾ, ਕਿਉਂਕਿ ਉਹ ਰੂਹਾਨੀਅਤ ਦਾ ਬਲ ਹੈ, ਉਹ ਆਤਮਕ ਬਲ ਹੈ। ਉਹ ਜਵਾਨੀ 'ਚ ਇਕੱਠਾ ਕਰ ਲੈਣਾ ਚਾਹੀਦਾ, ਵੱਧ ਤੋਂ ਵੱਧ ਜਾਪ ਕਰਨਾ ਚਾਹੀਦਾ, ਵੱਧ ਤੋਂ ਵੱਧ ਸਿਮਰਨ ਕਰਨਾ ਚਾਹੀਦਾ। ਉਹ ਬਲ ਆਤਮਕ ਬਲ ਰੂਹਾਨੀਅਤ ਦਾ ਬਲ ਭਰਿਆ ਹੋਇਆ ਬਾਬਾ ਜੀ। ਜਦੋਂ ਪਤਾ ਲੱਗਾ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ, ਬੇਅਦਬੀ, ਸਰੋਵਰ ਨੂੰ ਪੂਰਿਆ ਗਿਆ, ਸਾਧ ਸੰਗਤ ਜੀ ਫਿਰ ਖੰਡੇ ਤੇ ਹੱਥ ਗਿਆ। 18 ਸੇਰ ਦਾ ਖੰਡਾ ਚੱਕ ਲਿਆ ਬਾਬਾ ਦੀਪ ਸਿੰਘ ਜੀ। ਉਹਨਾਂ ਨੇ ਸੁਣਿਆ ਸੀ ਤੇ ਖੰਡਾ ਚੁੱਕ ਲਿਆ ਸੀ ਤੇ ਆਪਣੇ ਆਪ ਨੂੰ ਵਾਰਨ ਨੂੰ ਤਿਆਰ ਹੋ ਗਏ ਸੀ। ਸਾਨੂੰ ਦਰਬਾਰ ਸਾਹਿਬ ਦੀ ਕੋਈ ਨਿੰਦਿਆ ਸੁਣਾਈ ਜਾਵੇ, ਸੁਣੀ ਜਾਣੀ। ਜਿੱਡਾ ਮਰਜੀ ਪ੍ਰਚਾਰਕ ਹੋਵੇ, ਜਦੋਂ ਹਰਿਮੰਦਰ ਸਾਹਿਬ ਤੇ ਅਪਸ਼ਬਦ ਬੋਲਦਾ ਫਿਰ ਉਹ ਕੋਈ ਪ੍ਰਚਾਰਕ ਸਾਡਾ ਕੁਛ ਨਹੀਂ ਲੱਗਦਾ, ਭਾਵੇਂ ਸੱਕਾ ਵੀ ਹੋਵੇ। ਉਹ ਜਿਹੜਾ ਹਰਿਮੰਦਰ ਸਾਹਿਬ ਨੂੰ ਪਾਣੀ ਕਹਿ ਰਿਹਾ ਹੈ ਤੇ ਇਮਾਰਤ ਕਹਿ ਰਿਹਾ ਹੈ, ਹੱਥ ਜੋੜ ਦਿਆ ਗੁਰੂ ਵੀ ਇਹੋ ਜਿਹੇ ਪਾਪੀ ਦੇ ਮਹਾਰਾਜ ਦਰਸ਼ਨ ਕਰਾਵੇ ਹੀ ਨਾ, ਇਹਦੇ ਬਚਨ ਸੁਣਾਵੇ ਹੀ ਨਾ, ਉਹ ਪਾਪੀ ਬੰਦਾ ਹੈ। ਇਸ ਕਰਕੇ ਬਾਬਾ ਦੀਪ ਸਿੰਘ ਜੀ ਮਹਾਰਾਜ ਨੇ ਜਦੋਂ ਖੰਡਾ ਚੱਕਿਆ, ਇਤਿਹਾਸ ਕਹਿੰਦਾ 8 ਸਿੰਘ ਸੀ ਕੋਲ, ਬਸ ਸਿਰਫ 8 ਚੱਲ ਪਏ ਫਿਰ ਉੱਥੋਂ ਦਮਦਮਾ ਸਾਹਿਬ ਦਾ। ਕਈਆਂ ਨੇ ਅਖੰਡ ਪਾਠ ਸਾਹਿਬ ਬਾਰੇ ਵੀ ਲਿਖਿਆ, ਪਰ ਬਾਬਾ ਦੀਪ ਸਿੰਘ ਜੀ ਰਹਿ ਨਾ ਸਕੇ। ਤਰਨ ਤਾਰਨ ਸਾਹਿਬ ਤੱਕ ਆਉਂਦਿਆਂ ਪ੍ਰਚਾਰ ਕਰਦਿਆਂ ਦੱਸਦਿਆਂ ਵੀ ਹਰਿਮੰਦਰ ਸਾਹਿਬ ਨੂੰ ਜਾ ਰਹੇ ਹਾਂ ਬੇਅਦਬੀ ਦਾ ਬਦਲਾ ਲੈਣ ਵਾਸਤੇ, ਤੇ ਕਹਿੰਦੇ 5000 ਇਕੱਠੇ ਹੋ ਗਏ ਸੀ ਤਰਨ ਤਾਰਨ ਸਾਹਿਬ ਤੱਕ। ਤਰਨ ਤਾਰਨ ਸਾਹਿਬ ਤੋਂ ਅੱਗੇ ਟਾਹਲਾ ਸਾਹਿਬ ਗੁਰਦੁਆਰਾ, ਜਿੱਥੇ ਗੁਰਦੁਆਰਾ ਲਕੀਰ ਸਾਹਿਬ, ਜਿੱਥੇ ਲਕੀਰ ਖਿੱਚੀ ਖੰਡੇ ਨਾਲ। ਜਿਨ੍ਹਾਂ ਨੂੰ ਜਾਣ ਪਿਆਰੀ ਤੁਰ ਜੋ, ਜਿਨ੍ਹਾਂ ਨੂੰ ਸਿਰ ਧੜ ਦੀਆਂ ਬਾਜ਼ੀਆਂ ਲਾਣੀਆਂ ਪਾਰ, ਸਾਰੇ ਪਾਰ ਹੋ ਗਏ ਸੀ ਫਿਰ ਸੂਰਮੇ। ਅੱਜ ਹੁਣ ਦਿੱਲੀ ਜਾ ਰਹੇ ਨੇ ਨਾ ਕਿਸਾਨਾਂ ਦੇ ਮੋਰਚ, ਇੰਨੇ ਉਤਸ਼ਾਹ ਨਾਲ ਜਾ ਰਹੇ ਨੇ ਜਿਵੇਂ ਵਿਆਹ 'ਚ ਕੋਈ ਜਾਂਦਾ ਹੁੰਦਾ। ਵੇਖੋ ਗੁਰੂਆਂ ਵੱਲੋਂ ਹੀ ਨਾਲੋਂ ਐਸੀ ਸਪਿਰਿਟ ਭਰੀ ਹੋਈ ਹੈ। ਨਾਲੇ ਪਤਾ ਹੈ ਸਰਕਾਰ ਨੇ ਆਹ ਕਰਨਾ ਹੈ ਜੀ, ਸਰਕਾਰ ਨੇ ਉਹ ਕਰਨਾ ਹੈ, ਸਰਕਾਰ ਦਾ ਕੋਈ ਪਤਾ ਨਹੀਂ ਹੈ। ਤੇ ਕਿੰਨਾ ਉਤਸ਼ਾਹ ਹੈ, ਜਾਣਾ ਚਾਹੀਦਾ ਹੈ। ਜਿਨ੍ਹਾਂ ਦੀ ਤਾਂ ਬੇਵਸੀ ਹੈ, ਕੋਈ ਘਰ ਦੇ ਨਹੀਂ ਵੱਡੇ ਮੋਢੀ, ਕੋਈ ਜਾਂ ਕੋਈ ਸਰੀਰ ਕਰਕੇ ਕੋਈ ਨਹੀਂ ਠੀਕ, ਉਹਨਾਂ ਦੀ ਤਾਂ ਮੰਨਿਆ ਜਾਂਦੀ ਮਜਬੂਰੀ। ਪਰ ਇਤਿਹਾਸ ਲਿਖਿਆ ਜਾ ਰਿਹਾ, ਆਪਣਾ ਇਤਿਹਾਸ ਲਿਖਾ ਲਓ ਦਿੱਲੀ ਦੀ ਧਰਤੀ 'ਤੇ। ਆਉਣ ਵਾਲੀਆਂ ਪੀੜ੍ਹੀਆਂ ਨਸਲਾਂ ਯਾਦ ਕਰਨਗੀਆਂ ਸਾਡਾ ਕੋਈ ਗਿਆ ਸੀ ਦਿੱਲੀ ਮੋਰਚੇ ਦੇ ਵਿੱਚ। 1907 ਵਿੱਚ ਅੰਦੋਲਨ ਹੋਇਆ ਸੀ, ਅੱਜ ਤੱਕ ਯਾਦ ਕੀਤਾ ਜਾਂਦਾ ਹੈ, ਅੰਗਰੇਜ਼ਾਂ ਦੇ ਖਿਲਾਫ। ਅੰਗਰੇਜ਼ ਸਰਕਾਰ ਸੀ ਉਦੋਂ, ਅੱਜ ਤਾਂ ਆਪਣੀ ਤੇ ਆਪਣਿਆਂ ਦੇ ਖਿਲਾਫ ਹੋਇਆ ਹੋਇਆ। ਇਹ ਲਿਖਿਆ ਜਾ ਰਿਹਾ ਇਤਿਹਾਸ। ਜਾਓ, ਸਾਡੀਆਂ ਮਾਈਆਂ ਵੀ ਬੈਠੀਆਂ ਨੇ ਉੱਥੇ, ਛੋਟੀਆਂ ਛੋਟੀਆਂ ਬੱਚੀਆਂ, ਨੌਜਵਾਨ ਧੀਆਂ, ਉਹ ਵੀ ਘਰ ਘਰਾਣੇ ਦੀਆਂ ਨੇ, ਇੱਜ਼ਤਾਂ ਵਾਲੀਆਂ ਨੇ। ਕੋਈ ਜਾਇਦਾਦ ਜ਼ਮੀਨ ਦਾ ਘਾਟੇ ਨਹੀਂ, ਬਿਜ਼ਨਸ ਚੱਲਦੇ ਨੇ ਕਰੋੜਾਂ ਅਰਬਾਂ ਦੇ। ਜਿਨ੍ਹਾਂ ਦੇ ਕਰੋੜ ਆਮਦਨ ਹੈ, ਉਹ ਵੀ ਛੱਡ ਕੇ ਫੌਰਨ ਤੋਂ ਇੱਥੇ ਮੋਰਚੇ 'ਚ ਪਹੁੰਚੇ ਹੋਏ ਨੇ। ਕਰੋੜ ਨਾਲ ਆਮਦਨ ਹੈ, ਅਸੀਂ ਘਰਾਂ 'ਚ ਬੈਠੇ ਹਾਂ। ਕੱਲ੍ਹ ਨੂੰ ਅਸੀਂ ਆਖਾਂਗੇ ਅਸੀਂ ਵੀ ਬੜਾ ਕੁਝ ਕੀਤਾ ਸੀ, ਪੈਸੇ ਪੂਸੇ ਇਕੱਠੇ ਕਰਦੇ ਰਹੇ, ਅਸੀਂ ਵੀ ਕਰਨਾ ਚਾਹੀਦਾ ਕੁਛ ਨਾ ਕੁਛ ਜਿੰਨਾ ਹੋ ਸਕੇ। ਕਿਤੇ ਹਾਂ ਦਾ ਹੀ ਨਾਰਾ ਮਾਰ ਦਈਏ, ਹੋਰ ਨਹੀਂ ਤਾਂ। ਇਸ ਕਰਕੇ ਸਾਧ ਸੰਗਤ ਜੀ, ਬਾਬਾ ਦੀਪ ਸਿੰਘ ਜੀ ਇੱਥੇ ਤਰਨਤਾਰਨ ਸਾਹਿਬ ਤੋਂ ਅੱਗੇ ਜਾ ਕੇ ਫਿਰ ਉੱਧਰ ਜਹਾਰ ਖਾਨ ਨੂੰ ਪਤਾ ਲੱਗਾ, ਜਮਾਲ ਖਾਂ ਇਹ 20,000 ਫੌਜ ਲੈ ਕੇ ਆਏ। 20,000 ਚੌਗੁਣੀ, ਬਾਬਾ ਦੀਪ ਸਿੰਘ ਨਾਲੋਂ ਚੌਗੁਣੀ ਫੌਜ ਲੈ ਕੇ ਆਏ। ਜਿੱਤ ਕਹਿੰਦੀ ਹੋਈ ਬਾਬਾ ਦੀਪ ਸਿੰਘ ਮਹਾਰਾਜ। ਬਾਬਾ ਦੀਪ ਸਿੰਘ ਨੇ ਪ੍ਰਣ ਕਰ ਲਿਆ ਸੀ, ਧੰਨ ਗੁਰੂ ਰਾਮਦਾਸ ਮਹਾਰਾਜ, ਮਾਤਾ ਨਾਲ ਤੇਰੇ ਦਰ ਤੇ ਆਇਆ। ਕਈ ਵਾਰੀ ਇਸ਼ਨਾਨ ਕੀਤਾ ਹੈ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵੀ ਕਰਾਈਆਂ ਨੇ,
ਪਰ ਅੱਜ ਮੈਂ ਪ੍ਰਣ ਕਰਕੇ ਚੱਲਦਾ। ਅੱਜ ਕੜਾਹ ਪ੍ਰਸ਼ਾਦ ਦੀ ਦੇਗ ਨਹੀਂ, ਅੱਜ ਕੜਾਹ ਪ੍ਰਸ਼ਾਦ ਦੇ ਰੂਪ ਵਿੱਚ ਸਿਰ ਦਾ ਪ੍ਰਸ਼ਾਦ ਭੇਟ ਕਰਾਂਗਾ ਤੇਰੀਆਂ ਪ੍ਰਕਰਮਾਂ ਦੇ ਵਿੱਚ। ਇਹ ਮੇਰਾ ਪ੍ਰਣ ਹੈ। ਜਦ ਤੱਕ ਵੈਰੀਆਂ ਨੂੰ ਸੰਘਾਰ ਨਹੀਂ ਦਿੰਦੇ, ਸੋਧਾ ਨਹੀਂ ਲਾ ਦਿੰਦੇ, ਜਿਨ੍ਹਾਂ ਨੇ ਤੇਰੇ ਘਰ ਦੀ ਬੇਇੱਜ਼ਤੀ ਕੀਤੀ ਹੈ, ਤੇਰੇ ਘਰ ਦੀ ਬੇਅਦਬੀ ਕੀਤੀ ਹੈ, ਜਦ ਤੱਕ ਉਹਨਾਂ ਨੂੰ ਸੋਧ ਨਹੀਂ ਦਿੰਦੇ, ਉਦੋਂ ਤੱਕ ਪ੍ਰਾਣ ਨਹੀਂ ਤਿਆਗਾਂਗੇ। ਸਾਧ ਸੰਗਤ, ਇੱਥੇ ਮੌਤ ਨੂੰ ਵੀ ਝੁਕਣਾ ਪਿਆ। ਮੌਤ ਵੀ ਹਾਰ ਗਈ ਇੱਥੇ। ਇਹ ਨਹੀਂ ਕਿਹਾ ਸੀ ਮੌਤ ਨਾ ਆਵੇ, ਮੌਤ ਜ਼ਰੂਰ ਆਵੇ, ਪਰ ਮੇਰਾ ਪ੍ਰਣ ਪੂਰਾ ਹੋਵੇ। ਸ਼ਹੀਦ ਬਾਬਾ ਦੀਪ ਸਿੰਘ ਜੀ ਪ੍ਰਣ ਕੀਤਾ, ਅਰਦਾਸਾ ਕੀਤਾ, ਅਰਦਾਸਾ ਸੋਧ ਕੇ ਫਿਰ ਚੱਲੇ ਨੇ। ਬੜੇ ਬੜੇ ਕਮਾਲ ਦਾ ਯੁੱਧ ਹੋਇਆ, ਫਿਰ ਬੜਾ ਕਮਸਾਨ ਦਾ ਯੁੱਧ ਹੋਇਆ। ਗੋਹਲਗੜ੍ਹ ਇੱਥੇ 6 ਮੀਲ ਕਹਿੰਦੇ ਰਹਿ ਜਾਂਦਾ ਸੀ ਇੱਥੋਂ ਅੰਮ੍ਰਿਤਸਰ ਹਰਿਮੰਦਰ ਸਾਹਿਬ। ਇੱਥੇ ਬੜੇ ਕਮਸਾਨ ਦਾ ਯੁੱਧ। ਜਿਹੜਾ ਜਹਾਰ ਖਾਂ ਸੀ, ਜਿਹੜਾ ਵਿੱਚ ਸੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਨ ਵਾਲਾ, ਹਮਲਾ ਕਰਨ, ਇਹ ਹਾਥੀ ਤੇ ਸਵਾਰ ਸੀ, ਫੌਜ ਦਾ ਸੀ ਨਾ ਜਰਨੈਲ। ਤੇ ਭਾਈ ਦਇਆਲ ਸਿੰਘ ਜੀ ਘੋੜਾ ਦੜਾ ਕੇ, ਘੋੜੇ ਦੀ ਉਡਾਰੀ ਲਾ ਕੇ, ਸਿਰ ਐ ਕੱਦੂ ਤਰ੍ਹਾਂ ਲਾ ਕੇ ਪਰਮ ਮਾਰਿਆ। ਜ਼ੋਰ ਦੀ ਸ੍ਰੀ ਸਾਹਿਬ ਦਾ ਵਾਰ ਕਰਕੇ ਇੱਥੋਂ ਲੱਤ ਧੜ ਨਾਲ ਜੁਦਾ ਕਰ ਦਿੱਤਾ ਸੀ। ਉਹਦੇ ਤੋਂ ਬਦਲਾ ਲਿਆ। ਫਿਰ ਜਮਾਲ ਸ਼ਾਹ ਲਿਖਿਆ, ਜਮਾਲ ਖਾਂ ਵੀ ਲਿਖਿਆ, ਜਿੰਦਾ ਬਾਬਾ ਦੀਪ ਸਿੰਘ ਨਾਲ। ਕਹਿੰਦੇ ਬਾਬਾ ਦੀਪ ਸਿੰਘ ਵੈਰੀਆਂ ਦੇ ਆਹੂ ਲਾਉਂਦੇ ਗਏ, ਪੜਥੱਲੀ ਮਚਾਉਂਦੇ ਗਏ। ਤੇ ਵੱਡੇ ਵੱਡੇ ਜਿਹੜੇ ਯੋਧੇ ਵੀ ਕਹਿੰਦੇ ਨੇ ਵੀ ਯੋਧੇ ਤੇ ਵੇਖੇ ਨੇ, ਪਰ ਗੁਰੂ ਕਲਗੀਧਰ ਪਾਤਸ਼ਾਹ ਵਰਗੇ ਯੋਧੇ ਨਹੀਂ ਵੇਖੇ। ਇੰਨਾ ਬਲ ਇਹਨਾਂ ਦੇ ਅੰਦਰ। ਤੇ ਚਿੱਟਾ ਦਾੜਾ, ਬਜ਼ੁਰਗੀ ਦਾੜਾ, ਬਜ਼ੁਰਗੀ ਸਰੂਪ, ਚਿੱਟਾ ਦਾੜਾ ਬਾਬਾ ਦੀਪ ਸਿੰਘ। 75 ਸਾਲ ਦੀ ਉਮਰ, 18 ਸਿਰ ਦਾ ਖੰਡਾ। ਕਮਾਲ ਦੀ ਗੱਲ ਹੈ। ਵੈਰੀਆਂ ਦੇ ਆਹੂ ਲਾਂਦੇ ਜਾਂਦੇ ਨੇ। ਅੱਗੇ ਜਾ ਕੇ ਜਮਾਲ ਖਾਂ ਦੇ ਬਾਬਾ ਦੀਪ ਸਿੰਘ ਵਿੱਚ ਯੁੱਧ ਹੁੰਦਾ ਹੈ। ਦੋਵਾਂ ਦੇ ਵਾਰ ਬਰਾਬਰ ਹੁੰਦੇ ਨੇ। ਉਹਦਾ ਵੀ ਵਾਰ ਬਾਬਾ ਦੀਪ ਸਿੰਘ ਦੇ ਗਰਦਨ ਤੇ ਹੁੰਦਾ ਹੈ, ਸੀਸ ਤੇ। ਤੇ ਬਾਬਾ ਦੀਪ ਸਿੰਘ ਦਾ ਖੰਡਾ ਵੀ ਉਹਦੇ ਗਰਦਨ ਤੇ ਚੱਲਦਾ। ਉਹ ਲਾ ਕੇ ਮਾਰਦੇ। ਜਮਾਲ ਖਾਨ ਨੇ ਵੀ ਵਾਰ ਕੀਤਾ, ਬਾਬਾ ਦੀਪ ਸਿੰਘ ਦਾ ਸੀਸ ਲੱਥ ਗਿਆ। ਇਧਰ ਬਾਬਾ ਦੀਪ ਸਿੰਘ, ਦੋਵਾਂ ਨੇ ਇਕੱਠੇ ਵਾਰ ਕੀਤੇ, ਦੋਵਾਂ ਦੇ ਸੀਸ ਲੱਥ ਗਏ। ਧੜ ਲੱਗ ਪਏ ਨੇ, ਸੀਸ ਲੱਗ ਪਏ ਨੇ। ਆਵਾਜ਼ ਆਈ ਬਾਬਾ ਦੀਪ ਸਿੰਘ ਦੇ ਕੰਨੀ ਪਈ, ਬਾਬਾ ਦੀਪ ਸਿੰਘ ਜੀ, ਤੁਸੀਂ ਤਾਂ ਅਰਦਾਸਾ ਸੋਧਿਆ ਸੀ ਕਿ ਆਪਣਾ ਸੀਸ ਭੇਟ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਕਰਨਾ, ਪ੍ਰਕਰਮਾਂ 'ਚ ਕਰਨਾ। ਜਦ ਤੱਕ ਵੈਰੀਆਂ ਦਾ ਸੰਘਾਰ ਨਹੀਂ ਕਰ ਦਿੰਦੇ, ਦੁਸ਼ਟਾਂ ਦਾ ਖਾਤਮਾ ਨਹੀਂ ਕਰ ਦਿੰਦੇ, ਬੇਅਦਬੀ ਦਾ ਬਦਲਾ ਨਹੀਂ ਲੈ ਲੈਂਦੇ, ਉਦੋਂ ਤੱਕ ਪ੍ਰਾਣ ਨਹੀਂ ਤਿਆਗਾਂਗੇ। ਇੱਥੇ ਮੌਤ ਆਈ, ਇੱਥੇ ਮੌਤ ਨੂੰ ਝੁਕਣਾ ਪਿਆ। ਖਾਲਸਾ ਮੌਤ ਤੋਂ ਡਰਦਾ ਨਹੀਂ, ਮੌਤ ਖਾਲਸੇ ਤੋਂ ਡਰਦੀ ਹੈ। ਇਹ ਵਾਕ ਢੁਕਦੇ ਨੇ। ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਕੇ। ਇਹ ਵਾਕ ਢੁਕਦੇ ਨੇ ਬਾਬਾ ਦੀਪ ਸਿੰਘ ਤੇ। ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਤ ਹੈ ਸੂਰਾ ਆਤਮ ਜਿਨੇ ਸਗਲ ਵਸਤਾ ਕਹਿ, ਜਾਕਾ ਸਤਿਗੁਰ ਪੂਰਾ। ਠਾਕੁਰ ਗਾਈਏ ਆਤਮ ਰੰਗ, ਸ਼ਰਨੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ, ਜਨ ਕੇ ਚਰਨ ਵਸੈ ਮੇਰੇ ਹੀਰੈ ਸੰਗ ਪਨੀਤਾ ਦੇਈ, ਜਨ ਕੀ ਧੂਰ ਦਿਓ ਕਿਰਪਾ ਨਿਧ ਨਾਨਕ ਕੈ ਸੁਖ ਏਈ। ਬਾਬਾ ਦੀਪ ਸਿੰਘ ਤੇ ਬਾਣੀ ਟੁਕਦੀ ਹੈ। ਭਗ ਠੜਿਆਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮ। ਇਹਨਾਂ ਵਰਗਾ ਸੰਤ ਨਹੀਂ, ਸਾਧੂ ਨਹੀਂ, ਇਹਨਾਂ ਵਰਗਾ ਸੰਤ ਸਿਪਾਹੀ ਨਹੀਂ, ਬ੍ਰਹਮ ਗਿਆਨੀ ਨਹੀਂ, ਇਹਨਾਂ ਵਰਗਾ ਯੋਧਾ ਨਹੀਂ ਕੋਈ। ਹਰੇਕ ਗੁਣ ਜਿਹੜਾ ਮਰਜੀ ਬਾਣੀ ਦਾ ਟਿਕਾ ਲਓ। ਸਿੱਖਾਂ ਵਿੱਚ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਦ, ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਇੱਕ ਨਿਮਖ ਵੀ ਰੱਬ ਭੁੱਲਦਾ ਨਹੀਂ ਸੀ। ਸੰਤ ਵੀ ਨੇ, ਸੰਤ ਸਿਪਾਹੀ ਵੀ ਨੇ। ਇਸ ਕਰਕੇ ਬ੍ਰਹਮ ਰਸੀਏ ਵੀ ਨੇ, ਬ੍ਰਹਮ ਗਿਆਨ ਵਿੱਚ ਪਹੁੰਚੀ ਅਵਸਥਾ, ਬਾਣੀ ਰਸੀਏ ਵੀ ਨੇ, ਪ੍ਰਚਾਰਕ ਪੰਥ ਦੇ ਥੰਮ ਵੀ ਨੇ ਬਾਬਾ ਦੀਪ ਸਿੰਘ ਜੀ ਮਹਾਰਾਜ। ਸਮਾਪਤੀ ਕਰੀਏ। ਬਾਬਾ ਦੀਪ ਸਿੰਘ ਦਾ ਜਦੋਂ ਸਿਰ ਲੱਥ ਗਿਆ,
ਆਵਾਜ਼ ਪਈ, ਫਿਰ ਹੱਥ ਹਿੱਲੇ, ਫਿਰ ਧੜ ਹਿੱਲਿਆ, ਸੱਜੇ ਹੱਥ ਵਿੱਚ ਫਿਰ ਖੰਡਾ ਫੜਿਆ, ਫਿਰ ਖੱਬੇ ਹੱਥ 'ਚ ਸੀਸ ਤਲੀ ਤੇ ਇੰਜ ਰੱਖਿਆ, ਤੇ ਨਾਲੇ ਸੀਸ ਨੂੰ ਹੱਥ 'ਚ ਰੱਖਿਆ ਤੇ ਨਾਲੇ ਖੰਡਾ ਚਲਾਉਂਦੇ ਨੇ। ਤੇ ਉਧਰ ਅਫਗਾਨੀਏ ਜ਼ਾਲਮਾਂ ਦੀ ਫੌਜ ਦੇਖ ਕੇ ਹੈਰਾਨ ਹੁੰਦੀ ਹੈ। ਕਮਾਲ ਦੀ ਗੱਲ ਹੈ, ਯੋਧੇ ਤਾਂ ਲੜਦੇ ਦੇਖੇ ਨੇ, ਅੰਗ ਕੱਟੇ ਵੀ ਵੇਖੇ ਨੇ, ਪਰ ਸਿਰ ਲੱਥੇ ਪਹਿਲੀ ਵਾਰ ਵੇਖ ਰਹੇ। ਲਾਸ਼ਾਨੀ ਸ਼ਹਾਦਤ ਹੈ ਬਾਬਾ ਦੀਪ ਸਿੰਘ ਦੀ, ਜਿਨ੍ਹਾਂ ਵਰਗੀ ਸ਼ਹਾਦਤ ਨਹੀਂ ਦੁਨੀਆ ਦੀ। ਸਿਰ ਲੱਥੇ ਲੜਦੇ ਨੇ ਬਾਬਾ ਦੀਪ ਸਿੰਘ ਜੀ ਮਹਾਰਾਜ। ਖੱਬੇ ਹੱਥ 'ਤੇ ਸੀਸ ਰੱਖਿਆ, ਸੱਜੇ ਹੱਥ 'ਚ ਖੰਡਾ ਹੈ। ਜੰਗ ਕਰਦੇ ਜਾਂਦੇ ਨੇ, ਆਹੂ ਲਾਂਦੇ ਜਾਂਦੇ ਨੇ, ਅੱਗੇ ਅੱਗੇ ਭੱਜਣ ਲੱਗੇ, ਭਾਜੜਾਂ ਪੈ ਗਈਆਂ, ਭੱਜ ਗਏ। ਫਿਰ ਸਾਧ ਸੰਗਤ ਤੁਸੀਂ ਜਾਣਦੇ ਹੋ, ਦਰਬਾਰ ਸਾਹਿਬ ਗੁਰਦੁਆਰਾ ਬਾਬਾ ਦੀਪ ਸਿੰਘ ਮਹਾਰਾਜ ਦਾ ਸੀਸ ਭੇਟ ਕੀਤਾ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ। ਜਦੋਂ ਜਾਂਦੇ ਆ ਦਰਬਾਰ ਸਾਹਿਬ, ਬਾਬਾ ਦੀਪ ਸਿੰਘ ਨੂੰ ਜ਼ਰੂਰ ਮੱਥਾ ਟੇਕ ਕੇ ਆਏ ਕਰੋ। ਬਾਬਾ ਦੀਪ ਸਿੰਘ ਨੂੰ ਟੇਕਣਾ ਸੀ। ਨਮਸਕਾਰ ਤਿਸ ਹੀ ਕੋ ਹਮਾਰੀ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹ ਜਨ ਨੂੰ ਤਾਂ ਸਦਾ ਹੀ ਨਮਸਕਾਰ ਹੈ। ਉਹ ਬਾਬਾ ਦੀਪ ਸਿੰਘ ਦਾ ਅੱਜ ਜਨਮ ਦਿਨ ਹੈ। ਜਨਮ ਦੀ ਵੀ ਕਥਾ ਸਰਵਣ ਕੀਤੀ ਆਪ ਜੀ ਨੇ, ਤੇ ਨਾਲ ਉਹਨਾਂ ਦਾ ਜਿਹੜਾ ਮਹਾਨ ਯੋਗਦਾਨ ਹੈ, ਜਿਨ੍ਹਾਂ ਨੇ ਮਹਾਨ ਯੁੱਧ ਕੀਤਾ ਹੈ, ਦਰਬਾਰ ਸਾਹਿਬ ਦੀ ਬੇਅਦਬੀ ਨਾ ਸਹਾਰ ਸਕੇ, ਆਪਣੇ ਆਪ ਨੂੰ ਸਮਰਪਿਤ ਕਰਤਾ, ਆਪਣੇ ਆਪ ਨੂੰ ਲੇਖੇ ਲਾ ਦਿੱਤਾ। ਉਹ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੀ ਦਾਸਤਾਨ ਇਤਿਹਾਸ ਸਰਵਣ ਕੀਤਾ। ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਦੇਣੀ। ਸੰਗਤ ਨੇ ਬੜਾ ਪ੍ਰੇਮ ਦਾ ਸਬੂਤ ਦਿੱਤਾ ਹੈ। ਸਾਰੀ ਸੰਗਤਾਂ, ਮਾਈਆਂ, ਸਾਡੀਆਂ ਮਾਤਾਵਾਂ ਬੜੇ ਪ੍ਰੇਮ ਨਾਲ ਸੁਣਦੀਆਂ ਨੇ ਗੁਰੂ ਕੀ। ਧੰਨ ਬਾਬਾ ਦੀਪ ਸਿੰਘ ਤੁਹਾਡੇ ਬੱਚਿਆਂ 'ਤੇ ਮਿਹਰ ਭਰਿਆ ਹੱਥ ਰੱਖੇ, ਤੁਹਾਡੇ ਪਰਿਵਾਰਾਂ ਤੇ ਬੱਚਿਆਂ 'ਤੇ ਮਿਹਰ ਭਰਿਆ ਹੱਥ ਰੱਖੇ। ਸਾਨੂੰ ਨਾਮ ਸਿਮਰਨ, ਗੁਰਸਿੱਖੀ, ਜੀਵਨ ਦੀਆਂ ਦਾਤਾਂ ਬਖਸ਼। ਇਸੇ ਤਰ੍ਹਾਂ ਜਿਵੇਂ ਬਾਬਾ ਦੀਪ ਸਿੰਘ ਰਹਿਤ ਦੇ ਬੜੇ ਪੱਕੇ, ਰਹਿਤ ਦੇ ਧਾਰਨੀ, ਬਾਣੀ ਨਾਲ, ਬਾਣੇ ਨਾਲ ਜੁੜੇ, ਸਾਡੇ ਪਰਿਵਾਰਾਂ 'ਤੇ ਵੀ, ਆਪਣੇ 'ਤੇ ਵੀ ਗੁਰੂ ਮਹਾਰਾਜ ਕਿਰਪਾ ਐਸੀ ਕਰਨ। ਬਾਣੀ, ਬਾਣੇ ਦੇ ਧਾਰਨੀ, ਗੁਰੂ ਵਾਲੇ ਤੇ ਪਰਪੱਕ ਜੀਵਨ ਮਹਾਰਾਜ ਸਾਨੂੰ ਬਖਸ਼ਿਸ਼ ਕਰੇ। ਸਾਰੀ ਸੰਗਤ ਦਾ ਧੰਨਵਾਦ ਜੀ। ਵਾਹਿਗੁਰੂ।